ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਦੁਨੀਆ ਭਰ 'ਚ ਦੇਖਿਆ ਜਾਣ ਵਾਲਾ ਇਹ ਪੰਜਾਬੀਆਂ ਦਾ ਪਹਿਲਾ ਪੰਜਾਬੀ ਚੈਨਲ ਹੈ ਐਂਡ ਇਹਦੇ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਨੂੰ ਅੱਜ ਕਈ ਸਾਲ ਹੋ ਗਏ ਨੇ ਤੇ ਕਈ 100 ਐਪੀਸੋਡ ਹੋ ਗਏ ਨੇ। ਹਰ ਰੋਜ਼ ਤੁਸੀਂ ਦੇਖਦੇ ਹੋ, ਨਿੱਠ ਕੇ ਦੇਖਦੇ ਹੋ, ਅੱਗੇ ਸ਼ੇਅਰ ਵੀ ਕਰਦੇ ਹੋ, ਲਾਈਕ ਕਰਦੇ ਹੋ, ਪਿਆਰ ਦਿੰਦੇ ਹੋ, ਇਹਦੇ ਲਈ ਬੜਾ ਧੰਨਵਾਦ। ਤੇ ਇਹੀ ਕਾਰਨ ਹੈ ਵੀ ਹਰ ਰੋਜ਼ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਵੀ ਯਾਰ ਕੱਲ੍ਹ ਜੋ ਸੀਗਾ ਅੱਜ ਉਹਦੇ ਨਾਲੋਂ ਕੁਛ ਹੋਰ ਅੱਛਾ ਕਰਨ ਦੀ ਕੋਸ਼ਿਸ਼ ਕਰੀਏ। ਤੇ ਇਹਦੇ ਲਈ ਬੰਦਾ ਆਪਣੀ ਰੋਜ਼ ਜਿਹੜਾ ਉਹਨੂੰ ਗਾਲਾਂ ਵੀ ਪੈਂਦੀਆਂ, ਉਹਨੂੰ ਥੋੜ੍ਹਾ ਕੁੱਕੜ ਵੀ ਬਣਾਈਦਾ, ਉਹਨੂੰ ਡਾਂਗ ਵੀ ਰੱਖੀਏ ਇੱਕ ਨਿੱਕੀ ਜੀ, ਕਦੀ ਕਦੀ ਵਾਹ ਵੀ ਲਈਦੀ ਹੈ, ਸਾਰਾ ਕੁਝ ਸੈੱਟ ਕਰਕੇ ਰੱਖੀਏ। ਕੰਬਰ ਸਾਹਿਬ ਇਹਦੇ ਹੈ ਚੜ੍ਹਦੀ ਕਲਾ ਠੀਕ ਹੈ, ਇਦਾਂ ਹੀ ਹੋਣਾ ਹੈ। ਹਾਂ, ਤੁਹਾਡਾ ਥੋੜਾ ਨਾਂ ਲਿਆ ਮੈਂ? ਨਹੀਂ, ਨਾਂ ਥੋੜਾ ਲਿਆ, ਇਦਾਂ ਹੀ ਲੋਕਾਂ ਨੇ ਕਿਹੜਾ ਨਾਂ ਲਿਆ ਆਉਂਦਿਆਂ ਹੀ ਗਏ, ਆਉਂਦਿਆਂ ਹੀ ਨਹੀਂ ਆਉਂਦਿਆਂ ਹੀ ਦੇਖੋ ਐਤਕੀ ਲੋਕ ਵੀ ਨਾਂ ਨਹੀਂ ਲੈਂਦੇ। ਹਾਂ, ਆ ਘੇਰ ਹੀ ਲੈਂਦੇ ਆ, ਘੇਰ ਹੀ ਲੈਂਦੇ ਕਿਉਂਕਿ 15 ਅਗਸਤ ਆ, ਆਜ਼ਾਦੀ ਦਿਹਾੜਾ ਆਉਣ ਵਾਲਾ। ਆਹਾ, ਤੇ ਜਦੋਂ ਆਜ਼ਾਦੀ ਦਿਹਾੜਾ ਆਉਣ ਵਾਲਾ ਤੇ ਕਿਸੇ ਨੇ ਕਹਿਣਾ ਸਾਨੂੰ ਥੋੜੀ ਮਿਲੀ ਆਜ਼ਾਦੀ, ਕਿਸੇ ਨੇ ਕਹਿਣਾ ਬਹੁਤ ਮਿਲੀ ਆ, ਝੰਡੇ ਲਹਿਰਾਏ ਜਾਣੇ ਆ। ਸਮਾਗਮ ਤਾਂ ਮਨਾਉਣੇ ਚਾਹੀਦੇ, ਖੁਸ਼ੀਆਂ ਨੇ ਭਾਈ, ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ, ਜ਼ਮੀਨਾਂ ਕਈਆਂ ਦੀਆਂ ਖੋਹ ਹੋ ਗਈਆਂ ਸੀ ਤੇ ਜਿਨ੍ਹਾਂ ਨੇ ਫਿਰ ਦੇਸ਼ ਆਜ਼ਾਦ ਕਰਾਇਆ ਭਾਈ, ਉਹਨਾਂ ਨੂੰ ਚੇਤੇ ਕਰਨਾ ਤਾਂ ਬਣਦਾ। ਨਹੀਂ ਇਹ ਤਾਂ ਹੈ। ਦੇਖੋ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਬੰਦਾ ਕਈ ਵਾਰ ਕਹਿੰਦਾ ਯਾਰ ਇਹ ਕਾਹਦੀ ਆਜ਼ਾਦੀ, ਕਾਹਦੀ ਆਜ਼ਾਦੀ। ਮੈਂ ਕਿਹਾ ਯਾਰ ਹੋਰ ਦੱਸੋ ਕਿੱਦਾਂ ਦੀ ਆਜ਼ਾਦੀ ਚਾਹੀਦੀ। ਇੱਧਰ ਆ ਕੇ ਤਾਂ ਜ਼ਿਆਦਾ ਮਹਿਸੂਸ ਹੁੰਦਾ ਜੀ। ਹੁਣ ਦੇਖੋ ਮੰਨ ਲਓ ਵੀ ਇੱਧਰ ਰਸਤੇ 'ਚ ਜਾਂਦਿਆਂ ਦੂਰ ਨੇੜੇ ਆਪਾਂ ਕਿੱਥੋਂ ਤੱਕ ਗਏ ਹਾਂ, ਉੱਥੇ ਹੀ ਰੁਕਣਾ ਪੈਣਾ ਜਿੱਥੇ ਰੁਕਣਾ ਪੈਣਾ। ਆਪਣੇ ਦੇਖੋ ਇੰਨੀ ਆਜ਼ਾਦੀ ਵੀ ਕੰਧ 'ਤੇ ਵੀ ਮੋਟਾ ਮੋਟਾ ਕਰਕੇ ਲਿਖਿਆ ਹੁੰਦਾ ਪਿਆ, ਉਹ ਵੇਖੋ ਕੀ ਚੱਲਦਾ ਜੀ। ਉਹਦੇ ਬਾਵਜੂਦ ਵੀ ਆਜ਼ਾਦੀ ਆਪਾਂ ਦੱਬ ਦਿੰਦੇ ਕਿੱਲੀ ਉੱਥੇ ਹੀ। ਨਹੀਂ ਦੇਖੋ ਆਜ਼ਾਦੀ ਤਾਂ ਬਹੁਤ ਆ, ਹਰ ਇੱਕ ਬੰਦੇ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਕੰਮ ਕਰਨਾ। ਤੁਸੀਂ ਸਬਜ਼ੀ ਵਾਲੀ ਦੁਕਾਨ 'ਤੇ ਚਲ ਜਾਓ, ਆਪਾਂ ਲੀਡਰਾਂ ਬਾਅਦ 'ਚ ਆਉਂਦੇ ਹਾਂ, ਉੱਥੇ ਜਾ ਕੇ ਤੁਸੀਂ ਇੰਨੀਆਂ ਕੁ ਮਿਰਚਾਂ ਲੈਣੀਆਂ ਵੱਖਰੇ ਲਿਫਾਫੇ 'ਚ ਪਵਾਓ, ਉਹਦੇ ਤੋਂ ਬਾਅਦ ਗੋਭੀ ਲੈਣੀ ਵੱਖਰੇ ਲਿਫਾਫੇ 'ਚ ਪਾਓ, ਭਿੰਡੀਆਂ ਹੋਰ 'ਚ ਪਵਾਓ, ਅੱਧਾ ਕਿਲੋ ਟਮਾਟਰ ਹੋਰ ਲਿਫਾਫੇ 'ਚ ਪਾਓ। ਜਾਣੀ ਕੋਈ ਤੁਹਾਨੂੰ ਕਹਿਣ ਵਾਲਾ ਨਹੀਂ ਕਿ ਭਾਈ ਕੱਪੜੇ ਦਾ ਝੋਲਾ ਘਰੋਂ ਕਾਹਤੋਂ ਨਹੀਂ ਲਿਆਂਦਾ। ਹਾਂ, ਉਹ ਗੱਲ ਵੱਖਰੀ ਹੈ ਵੀ ਉਹ ਕਹਿੰਦੇ ਵੀ ਲਿਫਾਫੇ ਬੰਦ ਨੇ ਭਾਈ ਸਾਹਿਬ, ਅੱਜ ਤੋਂ ਲਿਫਾਫੇ ਚੱਲ ਨਹੀਂ ਸਕਦੇ। ਜੇ ਲਿਫਾਫਾ ਫੜਿਆ ਗਿਆ ਤੇ ਭਾਈ ਸਾਹਿਬ ਸਜ਼ਾ ਹੋਊਗੀ। ਤੇ ਬੰਦਾ ਵੀ ਉਹ ਹੁੰਦਾ ਜਿਹੜੇ ਕੰਮ ਹੁੰਦਾ ਨਾ, ਵੀ ਉਹ ਕਹਿੰਦਾ ਵੀ ਅੱਜ ਕਿੱਧਰੋਂ ਆਏ ਆ, ਕਹਿੰਦਾ ਯਾਰ ਬੜਾ ਲੇਟ ਹੋ ਗਏ ਅੱਜ ਨਾ, ਬੜੇ ਚਲਾਨ ਚਲੂਣ ਜੇ ਕੱਟਣ ਵਾਲੇ ਉਧਰ ਦੂਸਰੇ ਪਾਸੇ। ਕਾਹਦੇ ਚਲਾਨ? ਉਹ ਯਾਰ ਆ ਮੋਮੀ ਲਿਫਾਫਿਆਂ ਲਿਫੂਫਿਆਂ ਦੇ। ਅੱਛਾ, ਤੇ ਹੁਣ ਫਿਰ ਆ ਲਿਫਾਫੇ 'ਚ ਕੀ ਪਾਇਆ? ਉਹ ਆਉਂਦਾ ਫਿਰ ਮੈਂ ਮੀਟ ਪਵਾ ਲਿਆ ਲਿਫਾਫੇ 'ਚ। ਹੈ ਨਾ। ਸੋ ਇਹ ਤੋਂ ਵਧੀਆ ਆਜ਼ਾਦੀ ਹੋਰ ਕੀ ਹੋ ਸਕਦੀ? ਨਹੀਂ, ਆਜ਼ਾਦੀ ਤਾਂ ਦੇਖੋ 15 ਅਗਸਤ ਆ, ਆਜ਼ਾਦੀ ਦਿਹਾੜਾ, ਤੇ ਇੰਨੀ ਵਧੀਆ ਗੱਲ ਹੈ ਕਿ ਸਾਨੂੰ ਕਮਾਲ ਦੀ ਗੱਲ ਆ ਕਿ ਆਕਸੀਜਨ ਦਾ ਸਿਲੰਡਰ ਸਾਨੂੰ ਪਿੱਠ ਤੇ ਰੱਖਣਾ ਪੈਂਦਾ। ਹਵਾ ਅਸੀਂ ਕਹਿੰਦੇ ਕਿ ਗੰਦਲੀ ਹੋਈ, ਪਰ ਫਿਰ ਵੀ ਆਜ਼ਾਦੀ ਹੈ ਕਿ ਭਾਈ ਅਸੀਂ ਦਰਖਤ ਨਾ ਘਰ 'ਚ ਛੱਡਣਾ, ਨਾ ਖੇਤ ਛੱਡਣਾ, ਨਾ ਸ਼ਹਿਰ 'ਚ ਰੱਖਣਾ। ਸਰਕਾਰ ਸੜਕ ਬਣਾਵੇ, ਦਰਖਤ ਵੱਢਣੇ ਆ, ਅਸੀਂ ਖੇਤ ਦੇ ਵਿੱਚ ਕੁਛ ਲਾਈਏ, ਦਰਖਤ ਵੱਢਣੇ ਆ। ਕੋਈ ਸ਼ਹਿਰ 'ਚ ਕੋਠੀ ਬਣਾਵੇ, ਕੋਈ ਪਿੰਡ ਦੇ ਵਿੱਚ ਘਰ ਬਣਾਵੇ, ਅਸੀਂ ਦਰਖਤ ਵੱਢਣੇ ਆ। ਇੰਨੀ ਆਜ਼ਾਦੀ ਹੈ ਕਿ ਭਾਵੇਂ ਤੀਸਰੇ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਵਹੀਕਲ ਜਿਹੜਾ ਉਹ ਸੜਕ ਤੋਂ ਥੱਲੇ ਡੇਗਾ ਰਹੇ, ਪਰ ਬੰਨੇ ਅਸੀਂ ਵੱਢਣੇ ਵੱਢਣੇ ਆ। ਉਹ ਤੇ ਫਿਰ ਆਜ਼ਾਦੀ ਹੈ ਨਾ। ਆਜ਼ਾਦੀ ਨਾਂ ਦੀ ਵੀ ਕੋਈ ਸ਼ੈ ਆ ਭਾਈ ਸਾਹਿਬ, ਤੁਸੀਂ ਕਮਾਲ ਕਰਦੇ ਹੋ। ਦੇਖੋ ਇਹ ਜਿਹੜੀ ਆਜ਼ਾਦੀ ਹੈ ਨਾ WhatsApp, ਇਹ ਉੱਥੇ ਹੀ ਮਿਲ ਸਕਦੀ ਹੈ। ਐਂਡ ਉਸ ਆਜ਼ਾਦੀ ਦਾ ਸਦਉਪਯੋਗ ਕਰਨਾ, ਦੁਰਉਪਯੋਗ ਕਰਨਾ, ਜਿਵੇਂ ਜਿਵੇਂ ਮਰਜ਼ੀ ਕਰਨਾ, ਉਹ ਆਪਣੇ ਹੱਥ ਵੱਸ। ਪਰ ਇੱਕ ਗੱਲ ਤਾਂ ਹੈਗੀ ਆ ਜੀ ਵੀ ਇਹ ਸਾਰੇ ਕੁਛ ਦੇ ਲਈ ਇੰਨਾ ਕੁਛ ਹੋਇਆ, ਇੰਨੇ ਜ਼ੋਰ ਲੱਗੇ, ਇੰਨੀਆਂ ਸ਼ਹਾਦਤਾਂ ਹੋਈਆਂ, ਇੰਨੇ ਟੱਬਰ ਉਜੜੇ, ਜਾਂਦੇ ਜਾਂਦੇ ਗੋਰੇ ਉਹ ਕੰਮ ਕਰ ਗਏ ਜਿਹਦੇ ਤਾਂ ਡਰ ਸੀਗਾ ਵੀ ਇਹ ਕਾਲ ਹੈ ਉਹ ਜੀ ਅਸੀਂ ਲੀਕ ਵਾਹ ਦਿੱਤੀ ਹੈ, ਜਿਹੜੀ ਇਹ ਲੀਕ ਆ ਬਸ ਇਹੋ ਹੀ ਲੋਹੇ 'ਤੇ ਲੀਕ ਹੋ ਗਈ। ਕਿਸੇ ਨੇ ਪੁੱਛਿਆ ਵੀ ਇੱਧਰ ਕੀ ਰਹਿ ਗਿਆ, ਉੱਧਰ ਕੀ ਚਲੇ ਗਿਆ, ਜਾਂ ਉੱਧਰ ਕੀ ਰਹਿ ਗਿਆ ਤੇ ਇੱਧਰ ਕੀ ਚਲਾ ਗਿਆ। ਉਹ ਸਾਰੇ ਕੁਛ ਦਾ ਸੰਤਾਪ ਆ ਜਾਂ ਅੱਜ ਵੀ ਆਪਾਂ ਭੁਗਤਦੇ ਪਏ ਹਾਂ। ਪਰ ਉਹਦੇ ਬਾਵਜੂਦ ਵੀ ਆਪਾਂ ਨੂੰ ਇੱਦਾਂ ਲੱਗਦਾ ਵੀ ਯਾਰ ਉਹ ਗੱਲ ਨਹੀਂ ਬਣੀ ਜਿਹੜੀ ਬਣਨੀ ਚਾਹੀਦੀ ਹੈ ਨਾ। ਹੁਣ ਕਾਰਨ ਇਹ ਆ ਵੀ ਇਹ ਜੋ ਕੁਛ ਹੋਇਆ, ਜੇ ਤੇ ਆਪਾਂ ਨੂੰ ਮਨ 'ਚ ਵਸਾਇਆ ਹੁੰਦਾ ਤੇ ਫਿਰ ਤੇ ਕੋਈ ਅੱਛਾ ਕਰਨ ਦੀ ਕੋਸ਼ਿਸ਼ ਕਰਦੇ। ਪਰ ਕਾਰਨ ਇਹ ਵੀ ਜੇ ਆਪਾਂ ਇਹੀ ਟੱਕ ਚਾੜਿਆ ਵੀ ਨਹੀਂ ਯਾਰ ਸ਼ਿਕਾਇਤਾਂ ਜ਼ਰੂਰ ਕਰਨੀਆਂ, ਤੇ ਜਿੱਦਣ ਲੋੜ ਹੋਵੇ ਵੀ ਹਾਂ ਯਾਰ ਨਿਕਲ ਕੇ ਕੁਛ ਕਰ ਲਓ, ਨਹੀਂ ਫਿਰ ਮੈਂ ਨਾ ਥੋੜਾ ਠੀਕ ਨਹੀਂ, ਤੁਸੀਂ ਘਰ ਆਓ। ਹੈ ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ ਆ, ਜਿਨ੍ਹਾਂ ਨੇ ਤਾਂ ਦੇਸ਼ ਲਈ ਕੰਮ ਕੀਤਾ, ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ, ਜਿਹੜੇ ਅੱਜ ਵੀ ਚੰਗਾ ਸੋਚਦੇ ਆ, ਜਿਹੜੇ ਅੱਜ ਵੀ ਕਹਿੰਦੇ ਆ ਕਿ ਇੱਥੇ ਹਵਾ, ਪਾਣੀ, ਅਮਨ, ਕਾਨੂੰਨ ਸਾਰਾ ਕੁਝ ਠੀਕ ਹੋਵੇ, ਇੱਥੇ ਵੇਲੇ ਸਿਰ ਇਨਸਾਫ ਮਿਲੇ, ਉਹਨਾਂ ਸਾਰਿਆਂ ਨੂੰ ਵਧਾਈਆਂ। ਤੇ ਦੂਜੇ ਸਾਰੇ ਸੋਚਣ ਵਿਚਾਰਨ ਜ਼ਰੂਰ ਕਿ ਭਾਈ ਠੀਕ ਹੈ, ਝੰਡੇ ਨੂੰ ਸਲੂਟ ਸਾਰੇ ਕਰਦੇ ਆ, ਕਰਨਾ ਵੀ ਚਾਹੀਦਾ, ਸਤਿਕਾਰ ਮਾਣ ਦੇਸ਼ ਦਾ, ਸੰਵਿਧਾਨ ਦਾ ਜਿੰਨਾ ਹੋ ਸਕੇ। ਪਰ ਜਿਨ੍ਹਾਂ ਬੰਦਿਆਂ ਨੇ ਅੱਜ ਵਧਾਈਆਂ ਦੇਣੀਆਂ, ਕਹਿਣਾ ਕਿ ਭਾਈ ਆ ਦੇਖੋ ਅਸੀਂ ਦੇਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਥੋੜ੍ਹਾ ਜਿਹਾ ਤਾਂ ਸੋਚਣਾ ਵਿਚਾਰਨਾ ਚਾਹੀਦਾ ਨਾ। ਅੱਜ ਦੇ ਦਿਨ ਜਾਣੀ ਕਿ 14 ਤਰੀਕ ਨੂੰ ਸੋਚਣ ਤੇ 15 ਤਰੀਕ ਨੂੰ ਫੇਰ ਚੰਗਾ ਭਾਸ਼ਣ ਦੇਣ, ਚਾਹੇ ਸੂਬਿਆਂ ਦੇ ਆ ਚਾਹੇ ਕੇਂਦਰ ਦੇ ਆ, ਕਿ ਤੁਸੀਂ ਦੇਖੋ ਕਿ ਦੇਸ਼ ਦੇ ਵਿੱਚ ਜੇ ਅਸੀਂ ਬਹੁਤ ਅੱਗੇ ਚਲੇ ਗਏ ਆ ਤਾਂ ਬੱਚਿਆਂ ਦੇ ਬਾਬਤ ਇਦਾਂ ਦੀਆਂ ਟਿੱਪਣੀਆਂ ਕਿਉਂ ਆਉਂਦੀਆਂ ਕਿ ਭਾਰਤ ਦੇ ਵਿੱਚ ਦੁਨੀਆ 'ਚ ਸਭ ਤੋਂ ਵੱਧ ਗਿਣਤੀ 'ਚ ਬੱਚੇ ਨੇ ਜਿਨ੍ਹਾਂ ਨੂੰ ਕਿ ਚੰਗੀ ਰੋਟੀ ਖਾਣ ਨੂੰ ਨਹੀਂ ਮਿਲਦੀ,
ਜਾਣੀ ਜਦੋਂ ਅਸੀਂ ਭਾਸ਼ਣ ਦੇਣੇ ਆ, ਜਦੋਂ ਅਸੀਂ ਝੰਡਾ ਲਹਿਰਾ ਕੇ ਮੁੜ ਕੇ ਛਾਤੀ ਤੇ ਹੱਥ ਮਾਰ-ਮਾਰ ਕੇ ਕਹਿਣਾ ਕਿ ਆ ਵੀ ਕਰਤਾ, ਆ ਵੀ ਕਰਤਾ, ਆ ਵੀ ਕਰਤਾ ਤੇ ਆ ਵੀ ਕਰਤਾ, ਇੰਨੀ ਕੁ ਗੱਲ ਤਾਂ ਸੋਚੀਏ ਵਿਚਾਰੀਏ। ਬੜਾ ਚਿੱਟੇ ਦਿਨ ਵਾਂਗੂ ਸਾਫ਼ ਹੈ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਅਦਾਲਤਾਂ 'ਚ ਕੇਸ ਕਰਦੇ ਆ ਇਨਸਾਫ ਲੈਣ ਦੇ ਲਈ, ਤੇ ਜਦੋਂ ਕੇਸ ਕਰਦੇ ਆ ਤਰੀਕਾਂ ਭੁਗਤਦੇ ਆ। ਇਹਦੇ ਤੋਂ ਪਹਿਲਾਂ ਕਿ ਫੈਸਲਾ ਆ ਕੇ ਲਾਗੂ ਹੋਵੇ ਦੁਨੀਆ ਤੋਂ ਚਲੇ ਜਾਂਦੇ ਆ। ਪਰ ਜਿਨ੍ਹਾਂ ਨੇ ਭਾਸ਼ਣ ਦੇਣੇ ਆ ਉਹਨਾਂ ਨੂੰ ਇਹ ਵੀ ਪਤਾ ਕਿ ਲੋਕਾਂ ਨੂੰ ਇਨਸਾਫ ਦੇਰੀ ਦੇ ਨਾਲ ਮਿਲਦਾ, ਪਰ ਸੁਪਰੀਮ ਕੋਰਟ ਤੋਂ ਲੈ ਕੇ ਹਾਈ ਕੋਰਟ ਤੋਂ ਲੈ ਕੇ ਸੈਸ਼ਨ ਕੋਰਟ, ਹਰ ਇੱਕ ਪਾਸੇ ਜੱਜਾਂ ਦੀ ਗਿਣਤੀ ਜਿਹੜੀ ਘੱਟ ਹੈ, ਉਹਨਾਂ ਦੀਆਂ ਅਸਾਮੀਆਂ ਖਾਲੀ ਪਈਆਂ। ਪਰ ਨਾ ਅਸੀਂ ਭਰਤੀ ਥੋੜੀ ਕਰਨੀ ਆ, ਕਿਉਂਕਿ ਜੇ ਭਰਤੀ ਕਰਤੀ ਲੋਕਾਂ ਨੂੰ ਇਨਸਾਫ ਮਿਲ ਜੂ। ਜੇ ਇਨਸਾਫ ਮਿਲ ਗਿਆ ਤਾਂ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਮੰਨਣ ਦਾ ਮੌਕਾ ਮਿਲ ਜੂ ਭਰਾ। ਦੇਖੋ ਇਹੀ ਤੇ ਗੱਲ ਹੈ। ਤੁਸੀਂ ਵੈਸੇ ਆਸ ਉਮੀਦ ਕਿਹਦੇ ਤੋਂ ਕਰ ਰਹੇ ਹੋ? ਆਪਾਂ ਨਾਂ ਨਹੀਂ ਲੈਂਦੇ, ਜੇ ਥੋੜੇ ਦਿਨਾਂ ਦੀ ਗੱਲ ਹੈ। ਲੀਡਰਾਂ ਸਾਡਿਆਂ ਨੂੰ ਤੇ ਵੀ ਨਹੀਂ ਪਤਾ ਵੀ ਭਾਈ ਸਾਹਿਬ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਸੀ, ਜਿਨ੍ਹਾਂ ਨੇ ਦੇਸ਼ ਲਈ ਕੁਝ ਕੀਤਾ ਸੀ, ਕਈ ਦਹਾਕੇ ਦਿਲ ਦੇ ਵਿੱਚ ਅੱਗ ਬਲਦੀ ਰੱਖੀ ਸੀ ਵੀ ਯਾਰ ਫਲਾਨਾ ਬਦਲਾ ਲੈਣਾ, ਉਹਨਾਂ ਦਾ ਨਾਮ ਹੀ ਭੁੱਲ ਜਾਂਦੇ ਆ। ਨਹੀਂ ਲਿਖਿਆ ਵੀ ਪੜ੍ਹ ਕੇ ਪਤਾ ਨਹੀਂ ਲੱਗਦਾ ਅਸਲੀ ਹੈ ਨਾ। ਤੇ ਆਪਾਂ ਆਸ ਇਹ ਕਰਦੇ ਹਾਂ ਵੀ ਹਾਂਜੀ ਭਾਈ ਸਾਹਿਬ ਲੀਡਰ ਸਾਹਿਬਾਨ ਆਪਣੇ ਬਾਰੇ ਜਾਂ ਲੋਕਾਂ ਬਾਰੇ ਜਾਂ ਉਸ ਆਜ਼ਾਦੀ ਤੋਂ ਬਾਅਦ ਉਸ ਆਜ਼ਾਦ ਦੇਸ਼ ਬਾਰੇ ਸੋਚ ਲੈਣਾ ਔਖਾ। ਸੰਧਾਲੀਆ ਸਾਹਿਬ ਦੇਖੋ, ਵਧਾਈਆਂ ਤਾਂ ਹੈਗੀਆਂ ਹਰ ਉਸ ਆਮ ਬੰਦੇ ਨੂੰ ਜਿਹੜਾ ਇੱਟਾਂ ਦੇ ਭੱਠੇ ਤੇ ਕੰਮ ਕਰਦਾ, ਹਰ ਉਸ ਆਮ ਬੰਦੇ ਨੂੰ ਜਿਹੜਾ ਫੈਕਟਰੀ 'ਚ ਕੰਮ ਕਰਦਾ ਜਿੱਥੋਂ ਪ੍ਰੋਡਕਸ਼ਨ ਹੁੰਦੀ ਹੈ, ਜਿਹਦੇ ਸਿਰ ਦੇ ਉੱਤੇ ਲੀਡਰ ਮੁੜ ਕੇ ਡੀਂਗਾ ਮਾਰਦੇ ਆ। ਵਧਾਈਆਂ ਹਰ ਉਸ ਰਿਕਸ਼ਾ ਚਲਾਉਣ ਵਾਲੇ ਨੂੰ, ਹਰ ਉਸ ਸਕੂਲ ਕਾਲਜ ਦੇ ਵਿੱਚ ਇਮਾਨਦਾਰੀ ਨਾਲ ਪੜ੍ਹਾਉਣ ਵਾਲੇ ਨੂੰ, ਹਰ ਖੇਤਰ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਨੂੰ ਦੇਸ਼ ਦੀ ਆਜ਼ਾਦੀ ਦੀਆਂ ਇੱਕ ਦਿਨ ਪਹਿਲਾਂ ਅਗਾਊਂ ਮੁਬਾਰਕਾਂ। ਪਰ ਇੱਕ ਸਵਾਲ ਮਨ ਦੇ ਵਿੱਚ ਆਉਂਦਾ, ਸਵਾਲ ਇਹ ਆਉਂਦਾ, ਕਾਨਪੁਰ ਭਾਰਤ ਦਾ ਇੱਕ ਸ਼ਹਿਰ, ਉਸ ਕਾਨਪੁਰ ਦੇ ਵਿੱਚ 1984 ਚ 100 ਤੋਂ ਵੱਧ ਲੋਕ ਸਿੱਖ ਕਤਲੇਆਮ ਦੇ ਵਿੱਚ ਕਤਲ ਕਰ ਦਿੱਤੇ ਗਏ। ਤੇ ਕਤਲ ਕਰ ਦਿੱਤੇ ਗਏ 1984, 36-37 ਸਾਲ ਦਾ ਸਮਾਂ ਹੋ ਗਿਆ। 2019 ਚ ਇੱਕ SIT ਬਣਦੀ ਆ। ਪਹਿਲੀਆਂ ਸਰਕਾਰਾਂ ਨੇ ਬਹੁਤ ਬਣਾਈਆਂ, ਇਨਸਾਫ ਨਹੀਂ ਮਿਲਿਆ। 2019 ਚ ਮੌਜੂਦਾ ਸਰਕਾਰ ਨੇ SIT ਬਣਾਈ, ਸਮਾਂ ਦਿੱਤਾ 6 ਮਹੀਨੇ ਦਾ। 2.5 ਸਾਲ ਬਾਅਦ ਹੁਣ ਸਰਗਰਮੀ ਹੋਈ ਹੈ। ਚੰਗੀ ਗੱਲ ਹੈ ਕਿ ਅਜੇ ਵੀ ਇਨਸਾਫ ਮਿਲ ਜਾਏ। ਉਹ ਕਹਿੰਦੇ ਜੀ ਅਸੀਂ ਇੱਕ ਘਰ ਖੋਲ੍ਹਿਆ, SSP ਰੈਂਕ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਉਹ ਪੀੜਤ ਪਰਿਵਾਰ ਜਿਨ੍ਹਾਂ ਦੇ 2 ਬੰਦੇ ਕਤਲ ਕਰ ਦਿੱਤੇ ਸੀ, ਉਹ ਜਲੰਧਰ ਰਹਿਣ ਲੱਗ ਪਏ, ਉਹਨਾਂ ਦੇ ਕੋਲੇ ਗਏ। ਪਹਿਲਾਂ ਤਾਂ SIT ਨੂੰ FIR ਹੀ ਨਹੀਂ ਲੱਭੀ। ਆਜ਼ਾਦੀ ਦੀ ਮੁਬਾਰਕ FIR ਉਸ ਪੀੜਤ ਪਰਿਵਾਰ ਨੇ ਦਿੱਤੀ। ਫਿਰ ਉਹ ਕਹਿੰਦੇ ਜੀ ਅਸੀਂ ਬੰਦ ਪਿਆ ਦਰਵਾਜ਼ਾ ਖੋਲ੍ਹਿਆ, ਸਾਨੂੰ ਉੱਥੋਂ ਖੂਨ ਦੇ ਨਿਸ਼ਾਨ ਮਿਲੇ, ਸਾਨੂੰ ਉੱਥੇ ਲਾਸ਼ਾਂ ਸਾੜ ਦਿੱਤੀਆਂ ਸੀ, ਕਤਲੋਗਾਰਤ ਕਰਨ ਵਾਲਿਆਂ ਨੇ ਬਹੁਤ ਕੁਝ ਮਿਲ ਗਿਆ, ਅਸੀਂ ਨਮੂਨੇ ਚੱਕ ਲਏ। ਇੱਕ ਪਾਸੇ ਤਾਂ ਇਹ ਦਾਵਾ, ਪਹਿਲੀ ਗੱਲ ਕਿ ਜੇ 6 ਮਹੀਨਿਆਂ ਦੇ ਲਈ ਬਣਾਈ ਸੀ SIT ਕਿ ਰਿਪੋਰਟ ਦੇ ਦਿਓ ਤਾਂ 2.5 ਸਾਲ ਕਿਉਂ ਲੱਗੇ, ਚਾਹੇ ਕੋਵਿਡ ਆ ਗਿਆ। ਉਹਦੇ ਤੋਂ ਬਾਅਦ ਦੂਸਰੀ ਗੱਲ ਕਿ ਭਾਈ FIR ਜਿਹੜੀ ਤੁਹਾਨੂੰ ਨਹੀਂ ਲੱਭੀ ਤਾਂ ਪਰਿਵਾਰ ਨੂੰ ਕਿੱਥੋਂ ਲੱਭ ਪਈ। ਤੀਸਰੀ ਗੱਲ ਕਿ ਭਾਈ ਹੁਣ ਉੱਥੇ ਮੀਡੀਆ ਨੇ ਜਾ ਕੇ ਜਦੋਂ ਦੇਖਿਆ ਤੇ ਉੱਥੇ ਇੱਕ ਪਰਿਵਾਰ ਰਹਿੰਦਾ, ਕਹਿੰਦੇ ਜੀ 1990 ਤੋਂ ਬਾਅਦ ਦੇ ਅਸੀਂ ਰਹਿੰਦੇ ਆ, ਘਰ ਨੂੰ ਕਈ ਵਾਰੀ ਪੇਂਟ ਕਰਾਇਆ, ਘਰ ਦੀ ਕਈ ਵਾਰੀ ਮੁਰੰਮਤ ਕਰਾਈ ਹੈ। ਉਹਨਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜੇ ਕਮਰੇ ਦਾ ਉਹ ਦਾਅਵਾ ਕਰਦੇ ਆ ਉੱਥੇ ਤਾਂ 2 ਸਾਲ ਪਹਿਲਾਂ ਤੱਕ ਅਸੀਂ ਪਾਣੀ ਭਰਨ ਵਾਲੀ ਇੱਕ ਛੋਟੀ ਜੀ ਫੈਕਟਰੀ ਲਾਈ ਹੋ ਸੀ, ਤੇ ਉਸ ਥਾਂ ਤੇ ਪਾਣੀਓ ਪਾਣੀ ਰਹਿੰਦਾ ਸੀ, ਨਿਸ਼ਾਨ ਕਿੱਥੋਂ ਲੱਗ ਪਏ। ਹੁਣ ਸਵਾਲ ਇਹ ਹੈ ਕਿ ਪਹਿਲੀ ਗੱਲ ਉਸ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇ। ਦੂਸਰਾ 1984 ਤੋਂ ਲੈ ਕੇ ਹੁਣ ਤੱਕ ਜਿੰਨੇ ਅਫਸਰਾਂ ਨੇ ਉਸ ਕੇਸ ਦੀ ਜਾਂਚ ਪੜਤਾਲ ਕੀਤੀ ਹੈ, ਜਿੰਨੇ ਮੰਤਰੀ ਸੰਬੰਧਿਤ ਵਿਭਾਗ ਦੇ ਵਿੱਚ ਰਹੇ ਆ, ਸਾਰਿਆਂ ਨੇ ਤਨਖਾਹ ਲਈ ਹੋਣੀ ਹੈ। ਇਨਸਾਫ ਕਿਉਂ ਨਹੀਂ ਮਿਲਿਆ? ਇਹਦਾ ਮਤਲਬ ਕੰਮ ਨਹੀਂ ਕੀਤਾ। ਆਜ਼ਾਦੀ ਦੀਆਂ ਮੁਬਾਰਕਾਂ ਤਾਂ ਹੈਗੀਆਂ, ਪਰ ਜਿਹੜੇ ਲੋਕ ਇਨਸਾਫ ਉਡੀਕਦੇ ਆ ਇਨਸਾਫ ਮਿਲੇ। ਹੋਰ ਦੇਖੋ, ਉਸੇ ਕਾਨਪੁਰ ਦੇ ਵਿੱਚ ਅਜੇ ਕੁਝ ਘੰਟੇ ਪਹਿਲਾਂ ਇੱਕ ਰਿਕਸ਼ੇ ਵਾਲਾ ਕੁੱਟਿਆ ਤੇ ਭੀੜ ਨੇ ਕੁੱਟਿਆ, ਦੜਾ ਕੇ ਕੁੱਟਿਆ। ਉਹਦੀ ਛੋਟੀ ਜਿਹੀ ਬੱਚੀ ਉਹਨਾਂ ਦੀਆਂ ਮਿੰਨਤਾਂ ਕਰਦੀ ਰਹੀ। ਹੋ ਸਕਦਾ ਉਸ ਬੰਦੇ ਦਾ ਬਹੁਤ ਵੱਡਾ ਕਸੂਰ ਹੋਵੇ, ਪਰ ਜੇ ਇਸ ਦੇਸ਼ ਦੇ ਵਿੱਚ ਭੀੜ ਇਨਸਾਫ ਦਿੰਦੀ ਹੈ, ਸੰਧਾਲੀਆ ਸਾਹਿਬ, ਉੱਥੇ ਪਾਰਲੀਮੈਂਟ ਦਾ ਫਿਰ ਕੀ ਕੰਮ ਹੈ? ਉੱਥੇ ਅਦਾਲਤਾਂ ਦਾ ਕੀ ਕੰਮ ਹੈ? ਉੱਥੇ ਵਕੀਲਾਂ ਦਾ ਕੀ ਕੰਮ ਹੈ? ਉੱਥੇ ਜੱਜਾਂ ਦਾ ਕੀ ਕੰਮ ਹੈ? ਉੱਥੇ ਜਾਂਚ ਏਜੰਸੀਆਂ ਦਾ ਕੀ ਕੰਮ ਹੈ? ਉੱਥੇ ਪੁਲਿਸ ਦਾ ਕੀ ਕੰਮ ਹੈ? ਮਸਲਾ ਤੇ ਇੰਨਾ ਸੀ ਨਾ। ਇੱਕ ਬੀਬੀ ਦੇ ਇਲਜ਼ਾਮ ਲੱਗ ਗਿਆ ਕਿ 20,000 ਰੁਪਈਆ ਦੇ ਕੇ ਧਰਮ ਪਰਿਵਰਤਨ ਕਰਾਉਣ ਨੂੰ ਕਹਿੰਦੀ ਸੀ ਕਿ ਆਪਣਾ ਧਰਮ ਪਰਿਵਰਤਨ ਕਰਾ ਲੂ। ਉਹ ਕਹਿੰਦੀ ਮੈਂ ਤਾਂ ਲੋਕਾਂ ਜਾ ਕੇ ਬੰਗਾਂ ਵੇਚ ਕੇ ਗੁਜ਼ਾਰਾ ਕਰਦੀਆਂ, ਮੇਰੇ ਕੋਲ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਸਾਡੇ ਟੱਬਰ ਦੇ ਕੋਲੇ, ਅਸੀਂ 20,000 ਕਿੱਥੋਂ ਦੇ ਦੇਣਾ। ਹੋ ਸਕਦਾ ਕਿਸੇ ਨੇ ਵੀ ਕਿਹਾ ਹੋਵੇ, ਪਰ ਜਦੋਂ ਤੱਕ ਭੀੜ ਕੁੱਟਮਾਰ ਕਰਕੇ ਛੋਟੇ ਬੱਚਿਆਂ ਦੇ ਸਾਹਮਣੇ ਕੱਪੜੇ ਪਾੜ ਕੇ ਸੜਕ ਤੇ ਲੰਮਾ ਪਾ ਕੇ ਘੜੀਸ ਕੇ ਇਨਸਾਫ ਦਊਗੀ, ਉਨੀ ਦੇਰ ਇਹ ਗੱਲ ਮੰਨਣੀ ਪਊਗੀ ਕਿ ਭਾਈ ਦੇਸ਼ ਦੇ ਲਈ ਕੰਮ ਕਰਨ ਵਾਲੇ ਆਮ ਲੋਕਾਂ ਨੂੰ ਤਾਂ ਮੁਬਾਰਕਾਂ, ਪਰ ਲੀਡਰਸ਼ਿਪ ਥੋੜਾ ਜਿਹਾ ਸੋਚੇ। ਨਹੀਂ ਜੀ, ਲੀਡਰਸ਼ਿਪ ਸੋਚਦੀ ਆ। ਲੀਡਰਸ਼ਿਪ ਉਹ ਸੋਚਦੀ ਆ ਜਿਹੜੀ ਚੀਜ਼ ਉਹਨਾਂ ਨੂੰ ਸਿਖਾਈ ਗਈ ਜੀ। ਦੇਖੋ ਫਰਕ ਸਿਰਫ ਇੰਨਾ ਕੁ ਪਿਆ ਕਿ ਵੀ ਲੋਕਾਂ ਨੂੰ ਜਿਹੜੀ ਚੀਜ਼ ਸਮਝਣੀ ਚਾਹੀਦੀ ਸੀ ਉਹ ਸਮਝੇ ਨਹੀਂ, ਤੇ ਜਿਹੜੀ ਚੀਜ਼ ਸਿਆਣੇ
ਜਾਂ ਕਹ ਲਓ ਕਿ ਵੀ ਸਮਝਦਾਰ, ਕਿਉਂਕਿ ਸਿਆਣੇ ਸਮਝਦਾਰ ਉਹੀ ਨੇ ਜਿਹੜੇ ਅਗਲੇ ਰਾਜ ਕਰਦੇ, ਜੀ ਉਹਨਾਂ ਨੇ ਆਪਣੇ ਚੁੰਨੀ ਦੇ ਪੱਲੇ ਨਾਲ ਬੰਨ੍ਹ ਲਈ, ਅਜੇ ਤੱਕ ਚਲਾ ਰਹੇ। ਹੁਣ ਜਦੋਂ ਆਪਾਂ ਭੀੜ ਦੀ ਗੱਲ ਕਰਦੇ ਹਾਂ ਤੇ ਜਿਹੜੀ 47 ਦੀ ਵੰਡ ਸੀ ਉਦੋਂ ਵੀ ਤੇ ਭੀੜ ਤੰਤਰ ਹੀ ਸੀਗਾ। ਉਦੋਂ ਵੀ ਤੇ ਉਹੀ ਲੋਕ ਸੀ ਜਿਹੜੇ ਦਹਾਕਿਆਂ ਤੋਂ ਪੀੜ੍ਹੀਆਂ ਤੋਂ ਰਹਿੰਦੇ ਸੀ ਤੇ ਅਚਾਨਕ ਉਹਨਾਂ ਨੂੰ ਆਹ ਲੱਗਿਆ ਵੀ ਆ ਜਿਹੜਾ ਸਾਹਮਣੇ ਗਲੀ 'ਚ ਆਪਣਾ ਫਲਾਨਾ ਬੰਦਾ ਰਹਿੰਦਾ ਜਿਹਦੇ ਨਿਆਣਿਆਂ ਨਾਲ ਖੇਡ ਕੇ ਸਾਡੇ ਨਿਆਣੇ ਜਵਾਨ ਹੋਏ ਆ ਤੇ ਸਾਡਾ ਉੱਥੇ ਆਉਣ ਜਾਣ ਆ, ਉਹ ਅਚਾਨਕ ਦੁਸ਼ਮਣ ਲੱਗਣ ਲੱਗ ਪਿਆ ਸੀ। ਉਹ ਕਿਸੇ ਨੇ ਤੇ ਦਿਮਾਗ 'ਚ ਪਾਇਆ ਸੀ ਨਾ ਵੀ ਹਾਂ ਭਾਈ ਸਾਹਿਬ ਜੇ ਇਹੋ ਜਿਹੀ ਸ਼ਕਲ ਹੋਵੇ ਤੇ ਫਿਰ ਉਹ ਤੇਰਾ ਦੁਸ਼ਮਣ ਹੀ, ਜੇ ਉਹ ਰੱਬ ਨੂੰ ਆਹ ਆਖੇ ਤੇ ਫਿਰ ਉਹ ਦੁਸ਼ਮਣ ਹੀ, ਕਿਉਂਕਿ ਰੱਬ ਨੂੰ ਜਿਹੜੇ ਹਿਸਾਬ ਨਾਲ ਤੂੰ ਮੰਨਦਾ ਉੱਦਾਂ ਜ਼ਿਆਦਾ ਸਹੀ ਹੈ, ਜਿੱਦਾਂ ਉਹ ਮੰਨਦਾ ਉਸ ਨੂੰ ਬਿਲਕੁਲ ਨਹੀਂ ਸਹੀ। ਉਹ ਜਿਹੜੀ ਚੀਜ਼ ਮੇਰੇ ਖਿਆਲ ਨਾਲ ਗੋਰੇ ਸਿਖਾ ਗਏ ਸੀ, ਅੱਜ ਤੱਕ ਵੀ ਤੇ ਉਹੀ ਚੱਲ ਰਹੀ ਹੈ। ਜੀ 47 ਤੋਂ ਬਾਅਦ ਕਿੰਨੀਆਂ ਘਟਨਾਵਾਂ, ਤੁਸੀਂ 84 ਦਾ ਜ਼ਿਕਰ ਕਰ ਰਹੇ ਹੋ, ਉਹਦੇ ਪਿੱਛੇ ਕਾਰਨ ਕੀ ਸੀ? ਕੁੱਲ ਮਿਲਾ ਕੇ ਉਹੀ। ਉਦੋਂ ਬਾਅਦ ਆਪਾਂ ਯੂਪੀ ਦੀ ਘਟਨਾ ਦੀ ਗੱਲ ਕਰਦੀ, ਗੁਜਰਾਤ ਦੀ ਘਟਨਾ ਦੀ ਗੱਲ ਕਰੀ, ਕਈ ਨੇ, ਗਿਣਤੀ ਥੋੜ੍ਹਾ ਕਿਤੇ ਪੱਛਮੀ ਬੰਗਾਲ ਕੇਰਲਾ ਕਿੱਧਰ ਜਾਵਾਂਗੇ ਆਪਾਂ। ਉਹ ਜਿਹੜੀ ਚੀਜ਼ ਥਾਂ ਕਈ ਥਾਵਾਂ ਦੇ ਉੱਪਰ ਵਾਪਰੀ, ਕਾਰਨ ਤਰੀਕਾ ਢੰਗ ਸੇਮ, ਭੀੜ ਵੀ ਉਸੇ ਤਰ੍ਹਾਂ ਦੀ, ਭੀੜ ਨੇ ਨੁਕਸਾਨ ਵੀ ਉਸੇ ਤਰ੍ਹਾਂ ਦਾ ਕੀਤਾ। ਇਹਦਾ ਮਤਲਬ ਭੀੜ ਨੂੰ ਕੋਈ ਤੇ ਪੜ੍ਹਾਉਣ ਵਾਲਾ ਹੋਊਗਾ, ਤੇ ਜਿਹੜਾ ਪੜ੍ਹਾਉਣ ਵਾਲਾ ਹੋਊਗਾ ਉਹਨੇ ਕੋਈ ਤੇ ਕਿਤਾਬ ਸਾਂਭ ਕੇ ਰੱਖੀ ਹੋਊਗੀ, ਤੇ ਜਿਨ੍ਹਾਂ ਨੇ ਕਿਤਾਬ ਸਾਂਭ ਕੇ ਰੱਖੀ ਇਹ ਰਾਜ ਤੇ ਕਰਦੇ ਹੀ ਆ, ਭਾਵੇਂ ਇਸ ਪਾਰਟੀ ਵੱਲੋਂ ਕਰਨ ਭਾਵੇਂ ਉਸ ਪਾਰਟੀ ਵੱਲੋਂ। ਇਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਹੈ, ਪਾਰਟੀ ਕੋਈ ਵੀ ਹੋ ਸਕਦੀ, ਰਾਜ ਕਰੀ ਜਾਂਦੇ ਆ, ਪ੍ਰਸ਼ਾਸਨ ਕਿੱਦਾਂ ਚਲਾਉਂਦੇ ਆ ਲੋਕਾਂ ਦੇ ਸਾਹਮਣੇ ਆ। ਸੰਧਾਲੀਆ ਸਾਹਿਬ, ਮੈਂ ਕਹਿੰਦਾ ਕਿ ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਸਰਹੱਦਾਂ ਦੇ ਉੱਤੇ ਦੇਸ਼ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਸ਼ਹਾਦਤਾਂ ਦਿੱਤੀਆਂ, ਉਹਨਾਂ ਦੇ ਉੱਤੇ ਮਾਣ। ਜਿਹੜੇ ਓਲੰਪਿਕ ਦੇ ਵਿੱਚ ਠੀਕ ਪ੍ਰਦਰਸ਼ਨ, ਚੰਗਾ ਪ੍ਰਦਰਸ਼ਨ ਕਰਕੇ ਕੋਈ ਮੈਡਲ ਜਿੱਤ ਕੇ ਆਇਆ, ਕੋਈ ਮੈਡਲ ਦੇ ਨੇੜਿਓਂ ਮੁੜਿਆ, ਉਹਨਾਂ ਸਾਰਿਆਂ ਦਾ ਸਤਿਕਾਰ, ਉਹਨਾਂ ਦੇ ਉੱਤੇ ਬਹੁਤ ਮਾਣ ਕਿ ਭਾਈ ਤੁਸੀਂ ਦੇਸ਼ ਦਾ ਝੰਡਾ ਦੁਨੀਆ 'ਚ ਉੱਚਾ ਕੀਤਾ। ਸਾਡੇ ਵਿਗਿਆਨੀ, ਹੋਰ ਬਹੁਤ ਸਾਰੇ ਲੋਕ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਦੇਸ਼ ਦਾ ਪ੍ਰਤੀਨਿਧ ਕਰਦੇ ਆ ਆਜ਼ਾਦੀ ਦੀਆਂ, ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਭਾਈ ਤੁਸੀਂ ਦੇਸ਼ ਦਾ ਝੰਡਾ ਬੁਲੰਦ ਕਰਨ ਦੇ ਲਈ ਅਸਲ ਅਰਥਾਂ ਦੇ ਵਿੱਚ ਕੰਮ ਕੀਤਾ। ਪਰ ਕਦੇ-ਕਦੇ ਲੱਗਦਾ ਕਿ ਜਦੋਂ ਲੋਕ ਕੋਵਿਡ ਦੀ ਪਹਿਲੀ ਲਹਿਰ ਦੇ ਵਿੱਚ ਆਪਣੇ ਘਰਾਂ ਨੂੰ ਸਾਈਕਲਾਂ ਦੇ ਉੱਤੇ ਨਿਕਲੇ, ਤੁਰ ਕੇ ਨਿਕਲੇ, ਕੋਈ ਰੇਲ ਗੱਡੀ ਥੱਲੇ ਆ ਗਿਆ, ਕੋਈ ਕਿਸੇ ਤਰੀਕੇ ਆ ਗਿਆ, ਤੇ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪੁੱਛੋ ਤਾਂ ਕਹਿੰਦੇ ਗਿਣਤੀ ਕੋਈ ਨਹੀਂ ਹੈਗੀ, ਮੁਆਵਜ਼ਾ ਕਿੱਥੋਂ ਦੇਣਾ ਸੀ, ਬੱਚੇ ਅਨਾਥ ਹੋ ਗਏ, ਬਜ਼ੁਰਗ ਘਰਾਂ ਦੇ ਵਿੱਚ ਇਕੱਲੇ ਰਹਿ ਗਏ, ਕਿਸੇ ਨੂੰ ਪਾਣੀ ਨਾ ਲੱਭਾ, ਕਿਸੇ ਨੂੰ ਰੋਟੀ ਨਾ ਲੱਭੀ, ਆਕਸੀਜਨ ਦੀ ਘਾਟ ਦਾ ਚਰਚਾ ਹੋਇਆ, ਤੇ ਮੁੜ ਕੇ ਫਿਰ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਜਾਵੇ ਕਿ ਸੂਬੇ ਦੀਆਂ ਸਰਕਾਰਾਂ ਕਹਿੰਦੀਆਂ ਆਕਸੀਜਨ ਦੀ ਘਾਟ ਦੇ ਨਾਲ ਤਾਂ ਮਰਿਆ ਕੋਈ ਨਾ। ਨਹੀਂ ਗਲਤ ਨਾ ਕਹੋ, ਉਹਨਾਂ ਇੱਕ ਬੰਦਾ ਕਿਹਾ ਯਾਰ ਪੂਰਨ, ਹਾਂ ਉਹਦੇ ਨਾਲ ਉਹ ਗੱਲ ਵੱਖਰੀ, ਵੀ ਉਹਨਾਂ ਨੇ ਸ਼ਬਦ ਵਰਤਿਆ, ਕਹਿੰਦੇ ਸ਼ੱਕੀ ਹੈ, ਅਜੇ ਵੀ ਸ਼ੱਕੀ, ਕਨਫਰਮ ਨਹੀਂ ਹੈਗਾ। ਯਾਰ ਆਬਾਦੀ ਕਿਤੇ ਕਿੰਨੇ ਕੁ ਦੀ ਹੈ ਯਾਰ? ਤੁਸੀਂ ਇਹ ਦੇਖੋ ਵੀ 135 ਕਰੋੜ ਦੀ ਆਬਾਦੀ ਕਿੰਨੀ ਕੁ ਹੁੰਦੀ ਹੈ ਜੀ, ਜੇ ਇੰਨੀ ਕੁ ਆਬਾਦੀ ਦੇ ਵਿੱਚੋਂ ਇੱਕ ਬੰਦਾ ਆਕਸੀਜਨ ਦੀ ਕਮੀ ਨਾਲ ਗੁਜ਼ਰ ਗਿਆ ਤੇ ਚਲੋ ਇੰਨਾ ਕੁ ਤੇ ਫਿਰ ਲਿਖਣਾ ਹੀ ਪੈਣਾ। ਨਹੀਂ ਸੰਧਾਲੀਆ ਸਾਹਿਬ, ਦੇਖੋ ਸਤਿਕਾਰ ਤਾਂ ਹੈਗਾ ਹਰ ਉਸ ਬੰਦੇ ਦਾ ਜਿਹਨੇ ਕੋਵਿਡ ਦੇ ਵਿੱਚ ਦਵਾਈਆਂ ਦਾ ਲੰਗਰ ਲਾਇਆ, ਲੋਕਾਂ ਨੇ ਆਪਣੀਆਂ ਕਾਰਾਂ ਐਂਬੂਲੈਂਸ ਬਣਾਤੀਆਂ, ਲੋਕਾਂ ਨੇ ਉਹਨਾਂ ਦੇ ਵਿੱਚ ਆਕਸੀਜਨ ਦੇ ਸਿਲੰਡਰ ਰੱਖ ਦਿੱਤੇ, ਬਹੁਤ ਸਾਰੇ ਗੁਰੂ ਘਰ, ਬਹੁਤ ਸਾਰੀਆਂ NGOs, ਬਹੁਤ ਸਾਰੇ ਮੰਦਿਰ ਮਸਜਿਦਾਂ, ਉਹਨਾਂ ਨੇ ਦਿਲ ਖੋਲ੍ਹ ਦਿੱਤੇ, ਦਰਵਾਜ਼ੇ ਖੋਲ੍ਹ ਦਿੱਤੇ, ਲੰਗਰ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਹਸਪਤਾਲਾਂ 'ਚ ਲੋਕਾਂ ਦੇ ਘਰਾਂ ਤੱਕ ਪੁੱਜਦਾ ਰਿਹਾ, ਲੋਕ ਹੋਮ ਡਿਲੀਵਰੀ ਕਰਦੇ ਰਹੇ, ਉਹਨਾਂ ਸਾਰਿਆਂ ਦਾ ਮਾਣ ਤੇ ਸਤਿਕਾਰ, ਦੇਸ਼ ਉਹਨਾਂ ਦੇ ਸਿਰ ਤੇ ਚੱਲਦਾ। ਪਰ ਸਵਾਲ ਹੈ ਕਿ ਦੇਸ਼ ਅਨਾਜ ਦੇ ਮੁੱਦੇ ਤੇ ਆਤਮ ਨਿਰਭਰ ਹੋਇਆ, ਦੇਸ਼ ਦੇ ਸਾਰੇ ਕਿਸਾਨਾਂ ਨੂੰ, ਜਿਹੜਾ ਕਿਸੇ ਦਾ ਵੀ ਸਮਰਥਕ ਹੈ ਉਹਨਾਂ ਨੂੰ ਸਲਾਮ ਕਿ ਤੁਸੀਂ ਮਿੱਟੀ ਨਾਲ ਮਿੱਟੀ ਹੁੰਨੇ ਹੋ। ਪਰ ਉਦੋਂ ਕਿਤੇ ਨਾ ਕਿਤੇ ਸਵਾਲ ਪੈਦਾ ਜ਼ਰੂਰ ਹੁੰਦਾ ਜਦੋਂ 600 ਤੋਂ ਵੱਧ ਕਿਸਾਨ ਦੇਸ਼ ਦੀ ਰਾਜਧਾਨੀ ਦੇ ਆਲੇ ਦੁਆਲੇ ਸੰਘਰਸ਼ 'ਚ ਬੈਠੇ, ਡੱਬਿਆਂ 'ਚ ਬੰਦ ਹੋ ਕੇ ਭਾਰਤ ਦੇ ਵੱਖ-ਵੱਖ ਪਿੰਡਾਂ ਨੂੰ ਚਲੇ ਜਾਣ, ਤੇ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਵਾਬ ਦਿੰਦੇ ਆਖਿਆ ਜਾਵੇ ਕਿ ਭਾਈ ਰਿਕਾਰਡ ਤੇ ਨਹੀਂ ਹੈ, ਸਾਨੂੰ ਪਤਾ ਨਹੀਂ ਹੈ। ਦੇਸ਼ ਦਾ 600 ਬੰਦਾ, ਤੁਸੀਂ ਇੱਕ ਦਾ ਜ਼ਿਕਰ ਕੀਤਾ ਨਾ ਕਿ ਉਹ ਵੀ ਸ਼ੱਕੀ ਹੈ, ਪਰ ਇਹ 600 ਸ਼ੱਕੀ ਨਹੀਂ, ਇਹਨਾਂ ਦੇ ਵਿੱਚੋਂ ਬਹੁਤਿਆਂ ਦੇ ਪੋਸਟਮਾਰਟਮ ਹੋਏ ਹੈ, ਉਹਨਾਂ ਦੀਆਂ ਰਿਪੋਰਟਾਂ ਨੇ, ਉਹਨਾਂ ਦੇ ਸੰਸਕਾਰ ਹੋਏ ਹੈ, ਜਿਹੜੀ ਗੱਡੀ ਦੇ ਵਿੱਚ ਉਹਨਾਂ ਨੂੰ ਦਿੱਲੀ ਤੋਂ ਉਹਨਾਂ ਦੇ ਘਰ ਤੱਕ ਲੈ ਕੇ ਗਏ ਉਹਦਾ ਰਿਕਾਰਡ ਹੈ। ਹੁਣ ਤਾਂ ਬਹੁਤ ਸਾਰੇ ਸਿਆਸਤਦਾਨ ਉੱਤਰ ਭਾਰਤ ਦੇ ਨਾਲ ਸੰਬੰਧਿਤ ਪਾਰਲੀਮੈਂਟ ਦੇ ਬਾਹਰ ਤਖਤੀਆਂ ਫੜ ਕੇ, ਜਿਨ੍ਹਾਂ ਦੇ ਉੱਤੇ ਫੋਟੋ ਲੱਗੀਆਂ ਸੀ ਉਹਨਾਂ ਕਿਸਾਨਾਂ ਦੀਆਂ, ਉਹ ਫੜ ਕੇ ਦਿਖਾਉਂਦੇ ਸੀ ਆਹ ਨਹੀਂ ਉਹ ਜਿਨ੍ਹਾਂ ਦਾ ਰਿਕਾਰਡ ਹੈ ਨਹੀਂ। ਸੰਧਾਲੀਆ ਸਾਹਿਬ, ਜੇ ਕੋਵਿਡ ਦੇ ਵਿੱਚ ਘਰਾਂ ਨੂੰ ਜਾਂਦਿਆਂ ਦੇ ਮਰਨ ਦਾ ਰਿਕਾਰਡ ਨਹੀਂ, ਜੇ ਕਿਸਾਨ ਦੇ ਸੰਘਰਸ਼ ਦੇ ਵਿੱਚ ਸ਼ਹਾਦਤ ਦੇ ਗਏ ਕਿਸਾਨਾਂ ਦਾ ਰਿਕਾਰਡ ਨਹੀਂ, ਫਿਰ ਤਾਂ ਮੁਬਾਰਕਾਂ ਭਾਈ, ਹੋਰ ਕੀ ਹੋ ਸਕਦਾ। ਨਹੀਂ ਰਿਕਾਰਡ ਹੈਗਾ ਉਹਨਾਂ ਕੋਲ, ਰਿਕਾਰਡ ਉਹਨਾਂ ਕੋਲ ਇਸ ਚੀਜ਼ ਦਾ ਵੀ ਭਾਈ ਸਾਹਿਬ, ਉਹ ਕਹਿੰਦੇ ਵੀ ਸਭ ਤੋਂ ਵੱਡਾ ਲੋਕਤੰਤਰ ਕਹਿੰਦੇ ਹੈਗਾ ਜੀ, ਕਹਿੰਦੇ ਵੀ ਸਭ ਤੋਂ ਵੱਡੇ ਲੋਕਤੰਤਰ ਦੀ ਆਹ ਜਿਹੜੀ ਆਪਾਂ ਸੰਸਦ ਦੀ ਬਿਲਡਿੰਗ ਬਣਾਈ, ਕਹਿੰਦੇ ਨਹੀਂ ਯਾਰ ਇਹ ਛੋਟੀ ਆ, ਇੱਕ ਵੱਡੀ ਬਣਾਓ, ਭਾਵੇਂ ਜਿੰਨੇ 100 ਮਰਜ਼ੀ ਕਰੋੜ ਲੱਗ ਜਾਵੇ, ਉਹ ਵੀ ਇੱਕ ਰਿਕਾਰਡ ਬਿਲਡਿੰਗ ਹੋਵੇ, ਦੁਨੀਆ ਵੇਖਣ ਆਇਆ ਕਰੇ। ਕੀ ਬਾਤ, ਉਹ ਗੱਲ ਵੱਖਰੀ, ਕੋਈ ਸਵਾਲ ਨਾ ਪੁੱਛੇ ਵੀ ਭਾਈ ਸਾਹਿਬ ਜਦੋਂ ਵੱਡੀ ਬਿਲਡਿੰਗ ਬਣ ਜੂਗੀ ਉਹਦੇ ਵਿੱਚ ਕੀ ਕਰੋਗੇ, ਉਹੀ ਜੋ ਪਹਿਲੀ 'ਚ ਕਰਦੇ ਸੀ,
ਉਹੀ ਜਿਹੜਾ ਉਹ ਕਹਿੰਦੇ ਸੀ ਵੀ ਸੈਸ਼ਨ ਜਦੋਂ ਨਵਾਂ ਆਜ਼ਾਦ ਹੋਇਆ ਸੀ ਉਦੋਂ ਕਹਿੰਦੇ ਜੀ 2 ਮਹੀਨੇ 2.5 ਮਹੀਨੇ 1.5 ਮਹੀਨਾ ਇੰਨੇ ਲੰਮੇ ਸੈਸ਼ਨ ਹੋਣੇ, ਤੇ ਕਹਿੰਦੇ ਹੁਣ ਆਹ 10 ਕੁ ਦਿਨ ਲਾ ਲਈਦੇ ਆ ਉਹਦੇ ਚੋਂ ਹੀ ਸਵੇਰੇ ਬਹਿੰਦੇ ਆ ਸਾਰ ਸ਼ਰਧਾਂਜਲੀ, ਉਦੋਂ ਬਾਅਦ ਛੁੱਟੀ, ਫਿਰ ਅਗਲੇ ਦਿਨ ਆਏ ਆ ਸਾਰੇ ਜਣੇ ਵੈਲ 'ਚ ਆ ਗਏ, ਚਲੋ ਫਿਰ ਛੁੱਟੀ, ਉਦੋਂ ਅਗਲੇ ਦਿਨ ਨਹੀਂ ਫਿਰ ਯਾਰ ਛੁੱਟੀ। ਹੁਣ ਉਹ ਕਰਦਿਆਂ ਕਤਰਦਿਆਂ ਮੈਂ ਕਿਹਾ ਕੰਮ, ਕਹਿੰਦੇ ਕੰਮ ਕਿਉਂ ਨਹੀਂ, ਆਪਾਂ ਦੇਖੋ 25-30 ਬਿੱਲ ਬਣਾ ਤੇ, ਇਹ ਕਦੋਂ ਬਣਾਏ, ਉਦੋਂ ਹੀ ਕਹਿੰਦੇ ਜਦੋਂ ਰੌਲਾ ਪੈਂਦਾ ਹੈ। ਵਾਹ ਜੀ ਵਾਹ, ਇਹ ਵੀ ਤਾਂ ਰਿਕਾਰਡ ਹੀ ਆ ਨਾ। ਨਹੀਂ ਰਿਕਾਰਡ ਤਾਂ ਸੰਧਾਲੀਆ ਸਾਹਿਬ ਬਹੁਤ ਕਮਾਲ ਦਾ, ਤੁਸੀਂ ਚੰਗਾ ਹੋਇਆ ਇਸ ਇਸ਼ੂ ਨੂੰ ਛੇੜਿਆ। ਮੈਨੂੰ ਲੱਗਦਾ ਹੁੰਦਾ ਚੇਤਾ ਨਾ ਭੁੱਲ ਜਾਏ, ਆ ਕੋਵਿਡ ਦੇ ਵਿੱਚ ਜਿਹਨਾਂ ਡਾਕਟਰਾਂ ਨੇ, ਜਿਹਨਾਂ ਨਰਸਾਂ ਨੇ, ਜਿਹੜੇ ਐਂਬੂਲੈਂਸ ਚਾਲਕਾਂ ਨੇ, ਜਿਹਨਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਸੰਸਕਾਰ ਕਰਨ ਵਾਲਿਆਂ ਨੇ ਸਾਰਾ ਕੁਝ ਕੀਤਾ, ਅੱਗੇ ਹੋ ਕੇ ਲੋਕਾਂ ਦੇ ਲਈ ਹਿੱਕਾਂ ਡਾਈਆਂ, ਉਹਨਾਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ। ਕੋਈ ਬੰਦਾ ਇਹ ਨਾ ਆਖਿਆ ਕਰੇ ਕਿ ਭਾਈ ਆਜ਼ਾਦੀ ਮਿਲੀ ਨਹੀਂ, ਮਸਲਾ ਇਹ ਕਿ ਮਿਲੀ ਆ ਪਰ ਇਹਨਾਂ ਸਾਂਭੀ ਨਹੀਂ, ਜਿਨ੍ਹਾਂ ਨੂੰ ਆਪਾਂ ਬਾਗਡੋਰ ਦਿੱਤੀ ਸੀ। ਹੁਣ ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ ਇੱਕ ਹਲਕਾ ਜਿਹਾ ਇੱਕ ਮਸਲਾ ਜਿੱਧਰਲੇ ਪਾਸੇ ਨੂੰ ਆਪਾਂ ਚੱਲੀਏ, ਤੁਸੀਂ ਇਹ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਇੰਨਾ ਵਧੀਆ ਕੰਮ ਕੀਤਾ, ਜਿਨ੍ਹਾਂ ਨੂੰ ਅਸੀਂ ਦੇਸ਼ ਦੀ ਸੂਬੇ ਦੀ ਵਾਗਡੋਰ ਸੰਭਾਲੀ, ਜਿਨ੍ਹਾਂ ਨੇ ਮੁਬਾਰਕਾਂ ਦੇਣੀਆਂ, ਜਿਨ੍ਹਾਂ ਨੇ, ਮੈਂ ਫਿਰ ਡੀਂਗਾ ਸ਼ਬਦ ਵਰਤਦਾ, ਆਮ ਲੋਕ ਮਿਹਨਤ ਕਰਦੇ ਆ, ਦੇਸ਼ ਦਾ ਮਾਣ ਨੇ, ਸਨਮਾਨ ਨੇ, ਪਰ ਕਦੇ ਬਿਹਾਰ ਦੇ ਵਿੱਚੋਂ ਖਬਰ ਆਉਂਦੀ ਹੈ ਕਿ ਪੁਲ ਦਾ ਜੇ ਉਦਘਾਟਨ ਕਰਨਾ ਹਟ ਗਿਆ, ਕਦੇ ਇਦਾਂ ਦੀਆਂ ਖਬਰਾਂ ਆਉਂਦੀਆਂ ਕਿ ਭਾਈ ਗੈਰ ਕਾਨੂੰਨੀ ਢੰਗ ਦੇ ਨਾਲ ਨਦੀਆਂ ਦੇ ਕਿਨਾਰੇ ਦੇ ਉੱਤੇ ਹੋਟਲ ਬਣਾਏ ਸੀ, ਹੜ੍ਹ ਆਏ ਤੇ ਹੜ ਗਏ, ਕਦੇ ਇਦਾਂ ਦੀਆਂ ਖਬਰਾਂ ਆਉਂਦੀਆਂ ਕਿ ਭਾਈ ਢਿੱਗਾਂ ਡਿੱਗ ਪਈਆਂ ਕਿਉਂਕਿ ਵਾਤਾਵਰਣ ਪ੍ਰੇਮੀ ਬਹੁਤ ਸਮੇਂ ਤੋਂ ਕਹਿੰਦੇ ਸੀ ਕਿ ਭਾਈ ਆਹ ਪ੍ਰੋਜੈਕਟ ਇੱਥੇ ਨਾ ਚਲਾਓ, ਸਾਰੇ ਵਾਤਾਵਰਣ ਨੂੰ ਨੁਕਸਾਨ ਹੋਊ, ਫਿਰ ਦੇਖੋਗੇ ਉਹ ਕੰਮ ਹੋਣ ਲੱਗ ਪਏ। ਕਦੇ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ, DNA, ਕਦੇ ਸਿਆਸਤਦਾਨਾਂ ਦੀ ਗੱਲ ਕਰਦਾ ਕਿ ਇੱਕ ਪਾਸੇ ਲੋਕਾਂ ਨੂੰ ਵੰਡ ਕੇ ਵੋਟਾਂ ਲੈਣ ਨੂੰ ਜੇ ਆਜ਼ਾਦੀ ਕਹਿੰਦੇ ਆ, ਫਿਰ ਸਿਆਸਤਦਾਨਾਂ ਦੇ ਹਿਸਾਬ ਦੇ ਨਾਲ ਕੁਝ ਹੋਰ ਹੈ। ਪਰ ਜੇ ਇਸ ਦੇਸ਼ ਦੇ ਵਿੱਚ ਸੰਧਾਲੀਆ ਸਾਹਿਬ ਲੱਖਾਂ ਡਾਕਟਰਾਂ ਦੀ ਕਮੀ ਹੋਵੇ ਸਰਕਾਰੀ ਹਸਪਤਾਲਾਂ 'ਚ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਹੁਤ ਲੋਕਾਂ ਦੀ ਛਿੱਲ ਲਿੱਥ ਦੀ ਹੋਵੇ, ਇਹਦੇ ਬਾਵਜੂਦ ਵੀ ਸਿਆਸਤਦਾਨ ਉਸ ਮੁੱਦੇ ਤੇ ਚੁੱਪ ਰਹਿਣ, ਮੂੰਹ 'ਚ ਘੁੰਗਣੀਆਂ ਪਾ ਕੇ ਬੈਠਣ, ਲੋਕਾਂ ਨੂੰ ਮਰਦਿਆਂ ਵੇਖਣ। ਕਿੰਨੇ ਲੋਕਾਂ ਨੇ ਫਾਹ ਲਿਆ। ਮਹਾਰਾਸ਼ਟਰ ਸਭ ਤੋਂ ਵੱਧ ਸੋਕੇ ਦਾ ਸ਼ਿਕਾਰ ਹੁੰਦਾ, ਮੱਧ ਪ੍ਰਦੇਸ਼ ਦੇ ਵਿੱਚ ਮੰਦਸੌਰ ਨਾਂ ਦਾ ਇਲਾਕਾ ਜਿੱਥੇ ਕਿਸਾਨਾਂ ਦੇ ਸੰਘਰਸ਼ 'ਚ ਗੋਲੀ ਤੱਕ ਚੱਲੀ, ਅੱਜ ਤੱਕ ਕਦੇ ਕਿਸੇ ਨੇ ਕਿਹਾ ਕਿ ਨਹੀਂ ਭਾਈ ਅਸੀਂ ਸਭ ਤੋਂ ਪਹਿਲਾਂ ਇਹ ਸਾਰਾ ਮਸਲਾ ਹੱਲ ਕਰਾਂਗੇ ਨਾ? ਕੋਈ ਬੋਲਦਾ ਹੀ ਨਹੀਂ, ਕੋਈ ਕੂੰਦਾ ਹੀ ਨਹੀਂ। ਤੇ ਮੁੜ ਕੇ ਜਦੋਂ ਹੁਣ ਆਜ਼ਾਦੀ ਦੀਆਂ ਇਹਨਾਂ ਨੇ ਮੁਬਾਰਕਾਂ ਦੇਣੀਆਂ, ਪੂਰੇ ਸਫੇ ਦਾ ਇਸ਼ਤਿਹਾਰ ਦੇਣਾ ਕਿ ਭਾਈ ਸਾਡੀ ਪਾਰਟੀ ਵੱਲੋਂ, ਸਾਡੀ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ, ਸੂਬੇ ਦੇ ਲੋਕਾਂ ਨੂੰ ਅਸੀਂ ਬਹੁਤ ਵਧਾਈ ਦਿੰਨੇ, ਦੇਣੀ ਬਣਦੀ ਹੈ, ਪਰ ਇੱਕ ਖੂੰਜੇ ਤੇ ਦਿਓ, ਬਾਕੀ ਆਪਣੀਆਂ ਪ੍ਰਾਪਤੀਆਂ ਲਿਖੋ। ਹਾਂ, ਨਹੀਂ ਉਹ ਬੜਾ ਜ਼ਰੂਰੀ ਹੈ। ਬਾਕੀ ਰਹੀ ਗੱਲ ਜੀ, ਇਹ ਹੋ ਸਕਦਾ ਵੀ ਤੁਹਾਨੂੰ ਐਂ ਲੱਗੇ ਵੀ ਯਾਰ ਅਸੀਂ ਇਹ ਗੱਲ ਐਡਵਾਂਸ ਕਿਉਂ ਕਰ ਲੈ, ਵੀ ਐਡਵਾਂਸ ਨਹੀਂ ਹੈਗੀ। ਕਾਰਨ ਇਹ ਕਿ ਵੀ ਮਾਹੌਲ ਚੱਲ ਬਣ ਗਿਆ, ਹਰੇਕ ਨੇ ਝੰਡੇ ਲਹਿਰਾਉਣੇ ਆ, ਉਸ ਤੋਂ ਬਾਅਦ ਨਿਆਣਿਆਂ ਨੂੰ ਕਹਿਣਾ ਵੀ ਤੁਸੀਂ PT ਕਰਕੇ ਵਿਖਾਓ, ਤੁਸੀਂ ਡਾਂਸ ਕਰਕੇ ਵਿਖਾਓ, ਉਦੋਂ ਅਗਲੇ ਦਿਨ ਤੱਕ ਫੋਟੋਆਂ, ਅਖਬਾਰਾਂ, ਵੀਡੀਓ ਸਾਰੇ ਪਾਸੇ ਚੱਲ ਜਾਣਾ, ਤੇ ਆਪਾਂ ਨੂੰ ਲੱਗਣਾ ਵੀ ਯਾਰ ਆਜ਼ਾਦੀ ਦਿਵਸ ਅੱਛਾ ਲੰਘ ਗਿਆ। ਬਹੁਤਿਆਂ ਨੂੰ ਇਹ ਲੱਗਣਾ ਵੀ ਜਿਵੇਂ ਇੱਕ ਛੁੱਟੀ ਸੀਗੀ, ਬਹੁਤਿਆਂ ਨੂੰ ਇਹ ਵੀ ਲੱਗਣਾ ਵੀ ਯਾਰ ਇਹਦਾ ਕੋਈ ਫਾਇਦਾ ਤਾਂ ਹੈ ਨਹੀਂ। ਪਰ ਕਾਰਨ ਹੈ ਵੀ ਇਹਦਾ ਫਾਇਦਾ ਨੁਕਸਾਨ ਜੋ ਜਿੱਥੇ ਇਸ ਵਕਤ ਆਪਾਂ ਖੜੇ ਹਾਂ ਉਹਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰੀ ਆਪਣੀ ਵੀ ਬਣਦੀ ਹੈ, ਤੇ ਜਦ ਤੱਕ ਆਪਾਂ ਆਪਣੀ ਜ਼ਿੰਮੇਵਾਰੀ ਤੈਅ ਨਹੀਂ ਕਰਦੇ ਉਨੀ ਜਦ ਤੱਕ ਕਿਸੇ ਨੂੰ ਕਿਹਾ ਨਹੀਂ ਜਾ ਸਕਦਾ ਕੁਝ। ਬਿਲਕੁਲ ਨਹੀਂ ਸੰਧਾਲੀਆ ਸਾਹਿਬ, ਦੋ ਗੱਲਾਂ ਹੋਰ ਜ਼ਰੂਰ ਕਰਨੀਆਂ, ਕਰੋ, ਇੰਪੋਰਟੈਂਟ ਨੇ। ਦੇਸ਼ ਦੇ ਵਿੱਚ ਕਾਨੂੰਨ ਬਣਿਆ, ਇਹਦੇ ਬਾਵਜੂਦ ਵੀ ਦੇਖੋ ਆਜ਼ਾਦੀ ਕਿੰਨੀ ਹੈ। ਹਰ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਖਬਰ ਆਉਂਦੀ ਹੈ ਕਿ ਫਲਾਨੇ ਸਾਧ ਨੇ, ਅਖੌਤੀ ਸਾਧ ਨੇ, ਚਿਮਟਿਆਂ ਵਾਲੇ ਨੇ, ਲੋਕਾਂ ਨੂੰ ਕਰਾਹੇ ਪਾਉਣ ਵਾਲੇ ਨੇ, ਚਿਮਟੇ ਮਾਰ ਕੇ ਕੋਈ ਨਿਆਣਾ ਮਾਰਤਾ, ਕਿਸੇ ਦੀ ਬਲੀ ਦੇ ਦਿੱਤੀ। ਕੋਈ ਕਹੀ ਜਾਂਦਾ ਜੀ ਛੱਪੜ ਦੇ ਵਿੱਚ ਨਹਾ ਲਓ ਤੁਹਾਨੂੰ ਕਰੋਨਾ ਨਹੀਂ ਹੋਊਗਾ, ਕੋਈ ਕੁਛ ਆਖੀ ਜਾਂਦਾ। ਆ ਪੰਜਾਬ ਦੇ ਵਿੱਚੋਂ ਇੱਕ ਦਰਖਤ ਤੋਂ ਕਹਿੰਦੇ ਸੀ ਜੀ ਪਾਣੀ ਡਿੱਗਦਾ, ਲੋਕ ਉੱਥੇ ਜਾ ਖੜਨ ਲੱਗ ਪਏ ਸੀ। ਯਾਨੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਦੇਸ਼ ਪਲਾਟ ਤੱਕ ਪਹੁੰਚ ਗਿਆ, ਬੜੀ ਤਰੱਕੀ ਕੀਤੀ, ਪਰ ਦੂਸਰੇ ਪਾਸੇ ਸਾਡਾ ਸਿਲੇਬਸ ਕਿੱਦਾਂ ਦਾ, ਦੂਸਰੇ ਪਾਸੇ ਲੋਕਾਂ 'ਚ ਅਵੇਅਰਨੈਸ ਕਿੱਦਾਂ ਦੀ ਹੈ। ਮੋਟੀਆਂ ਤਨਖਾਹਾਂ, ਦੇਸ਼ ਇੰਨਾ ਵਧੀਆ ਆਜ਼ਾਦ ਹੈ ਕਿ ਅੱਜ ਤੱਕ MLA, MP, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਕਦੇ ਕਿਸੇ ਦੀ ਤਨਖਾਹ ਨਹੀਂ ਲੇਟ ਹੋਈ, ਕਦੇ ਕਿਸੇ ਦੀ ਤਨਖਾਹ 'ਚ ਕੱਟ ਨਹੀਂ ਲੱਗਾ, ਕਦੇ ਅਸੀਂ ਬੰਦੇ ਠੇਕੇ ਤੇ ਨਹੀਂ ਰੱਖੇ। ਆਜ਼ਾਦੀ ਹੈ। ਪਰ ਦੂਜੇ ਪਾਸੇ ਭਾਵੇਂ ਡਾਕਟਰ ਹੋਵੇ, ਭਾਵੇਂ ਮਾਸਟਰ ਹੋਵੇ, ਭਾਵੇਂ ਪਟਵਾਰੀ ਹੋਵੇ, ਭਾਵੇਂ ਕਲਰਕ ਹੋਵੇ, ਭਾਵੇਂ ਅਕਾਊਂਟੈਂਟ ਹੋਵੇ, ਭਾਵੇਂ ਮੈਨੇਜਰ ਹੋਵੇ, ਕੰਡਕਟਰ ਹੋਵੇ, ਉਹ ਅਸੀਂ ਠੇਕੇ ਤੇ ਰੱਖਣੇ ਆ, ਉਹਨਾਂ ਨੂੰ ਤਨਖਾਹਾਂ ਥੋੜੀਆਂ ਦੇਣੀਆਂ। ਇੰਨੀ ਆਜ਼ਾਦੀ ਹੈ ਕਿ ਸੁਰਿੰਦਰਪਾਲ ਨੂੰ 125 ਦਿਨ ਟਾਵਰ ਤੇ ਰਹਿਣਾ ਪੈਂਦਾ। ਇੰਨੀ ਆਜ਼ਾਦੀ ਹੈ ਕਿ ਸਿੱਖਿਆ ਬੋਰਡ ਦੇ ਦਫ਼ਤਰ 'ਚ 5ਵੀਂ ਮੰਜ਼ਿਲ ਦੇ ਉੱਤੇ ਜਾ ਕੇ ਕੋਈ ਬੰਦਾ ਜੇ ਇਹ ਆਖੇ ਜੀ ਮੈਨੂੰ 18 ਸਾਲ ਹੋ ਗਏ, ਮੈਂ 6000 ਰੁਪਏ ਤੇ ਕੰਮ ਕਰਦਾ। ਅੱਜ ਦੇਸ਼ ਦਾ ਕੋਈ ਲੀਡਰ ਜਦੋਂ ਭਾਸ਼ਣ ਦਊਗਾ ਉਦੋਂ ਇਹ ਦੱਸੇ ਤਾਂ ਸਹੀ ਕਿ 6000 ਰੁਪਏ ਦੇ ਵਿੱਚ ਟੱਬਰ ਦਾ ਗੁਜ਼ਾਰਾ ਕਿੱਦਾਂ ਹੋ ਜੂ। ਅੱਜ ਜਿਨ੍ਹਾਂ ਨੇ ਪੰਜਾਬ ਰੋਡਵੇਜ਼ ਅੱਧਿਓਂ ਵੱਧ ਕੋਈ ਪਨ ਬੱਸ, ਕੋਈ ਠੇਕੇ ਵਾਲੀ, ਕੋਈ ਕਿਲੋਮੀਟਰ ਸਕੀਮ, ਕੋਈ ਕਿਸੇ ਤਰੀਕੇ ਬਣਾਤੀ, ਕਦੇ ਦੱਸਣ ਤਾਂ ਸਹੀ ਕਿ ਭਾਈ ਜੇ ਦੇਸ਼ ਦੀ ਆਜ਼ਾਦੀ ਦਾ ਮਤਲਬ ਇਹ ਤਾਂ ਤੁਹਾਡੇ ਲਈ ਹੋਊਗਾ,
ਮਿਹਨਤਕਸ਼ ਲੋਕਾਂ ਨੂੰ ਸਲਾਮ ਹੈ, ਉਹਨਾਂ ਨੂੰ ਆਜ਼ਾਦੀ ਦੀਆਂ ਮੁਬਾਰਕਾਂ। ਨਹੀਂ ਬਿਲਕੁਲ ਮੁਬਾਰਕਾਂ ਜੀ। ਆਪਾਂ ਹੁਣ ਖਬਰਾਂ ਵਾਲੇ ਪਾਸੇ ਵੀ ਚੱਲੀਏ। ਖਬਰਾਂ ਵਾਲੇ ਪਾਸੇ ਗੱਲ ਇੱਦਾਂ ਵੀ ਆਜ਼ਾਦੀ ਜਿਹੜੀ ਹੈ ਇਸ ਵਕਤ ਉਹ ਕਹਿੰਦੇ ਵੀ ਦਿਵਾਉਣੀ ਬਿਜਲੀ ਤੋਂ। ਬਹੁਤ ਮਹਿੰਗੀ ਬਿਜਲੀ ਹੋ ਗਈ ਹੈ, ਕਹਿੰਦੇ ਇੰਨੀ ਮਹਿੰਗੀ ਬਿਜਲੀ ਹੋਏ 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 ਮਤਲਬ ਅਜੇ ਮੈਂ ਥੋੜਾ ਕੀਤਾ, ਉਹਨਾਂ ਨੂੰ ਇਹ ਤੋਂ ਵੀ ਜ਼ਿਆਦਾ ਫਿਕਰ ਆ। ਮੈਂ ਕਿਹਾ ਕਿਸੇ ਵੇਲੇ ਬੰਦਾ ਸੋਚ ਲੈਂਦਾ। ਹੁਣ ਜਿਹੜੀ ਆਜ਼ਾਦੀ ਬਿਜਲੀ ਤੋਂ ਦਿਵਾਉਣੀ ਆ ਉਹਦੇ ਵਿੱਚ ਜ਼ਿਆਦਾ ਰੌਲਾ ਰੱਪਾ ਇਸ ਕਰਕੇ ਉਹ ਕਹਿੰਦੇ ਵੀ ਬਿਜਲੀ ਤੋਂ ਆਜ਼ਾਦੀ ਮੈਂ ਦਿਵਾਉਣੀ ਆ, ਉਹ ਕਹਿੰਦੇ ਇੱਦਾਂ ਕਿੱਦਾਂ ਦਿਵਾਉਣੀ, ਬਿਜਲੀ ਤੋਂ ਆਜ਼ਾਦੀ ਤੇ ਅਸੀਂ ਦਿਵਾਉਣੀ। ਹੁਣ ਬੰਦੇ ਦੋ ਹੈਗੇ ਇੱਕੋ ਪਾਰਟੀ 'ਚ ਨੇ ਤੇ ਲੋਕਾਂ ਜਿਹੜਿਆਂ ਨੂੰ ਆਜ਼ਾਦੀ ਦਿਵਾਉਣੀ ਉਹ ਵੀ ਇੱਕੋ ਪੰਜਾਬ ਦੇ ਨੇ, ਜਿਹੜੀਆਂ ਕੰਪਨੀਆਂ ਤੋਂ ਦਿਵਾਉਣੀ ਉਹ ਵੀ ਇੱਕੋ ਨੇ, ਤੇ ਜਿਹੜੀ ਬੱਤੀ ਦੀ ਗੱਲ ਕਰਦੇ ਉਹ ਵੀ ਇੱਕੋ ਆ। ਪਰ ਮੈਨੂੰ ਸਮਝ ਨਹੀਂ ਲੱਗੀ ਵੀ ਜਦੋਂ ਸਾਰਾ ਕੁਝ ਇੱਕ ਹੈ ਉਹਦੇ ਬਾਵਜੂਦ ਵੀ ਆਜ਼ਾਦੀ ਦਵਾਈ ਕਿਉਂ ਨਹੀਂ ਜਾ ਰਹੀ ਅਜੇ ਤੱਕ? ਸੰਧਾਲੀਆ ਸਾਹਿਬ ਵੋਟਾਂ ਨੇੜੇ ਨਹੀਂ ਨਾ ਹੁਣ ਆਈਆਂ, ਹੁਣ ਦਵਾ ਦੇਾਂਗੇ। ਅੱਛਾ, ਹੁਣ ਕਿਤੇ ਰੁਕਣਾ ਪੈਣਾ ਥੋੜਾ, ਅਜੇ ਰੁਕਣਾ ਪੈਣਾ, ਨਹੀਂ ਤੇ ਲੋਕਾਂ ਨੂੰ ਚੇਤਾ ਭੁੱਲ ਜਾਣਾ, ਲੋਕਾਂ ਨੇ ਕੋਈ ਹੋਰ ਕਹਿਣ ਲੱਗ ਪੈਣਾ ਸੀ, ਫਿਰ ਕਹਿਣਾ ਤਾਰਾਂ ਕੱਸੋ, ਫਿਰ ਕਹਿਣਾ ਟਰਾਂਸਫਾਰਮਰ ਵੱਧ ਰੱਖੋ, ਫਿਰ ਲਾਈਨਮੈਨ ਕਹਿਣਾ ਸੀ ਕਿ ਵੱਧ ਰੱਖ ਦਿਓ। ਇਸ ਕਰਕੇ ਮੌਕਾ ਲੈਣ ਦਿਓ। ਤੁਸੀਂ ਦੇਖੋ ਕਮਾਲ ਦੀ ਗੱਲ ਕਿ ਹਰ ਜਗ੍ਹਾ ਦੇ ਉੱਤੇ ਸਾਡੇ ਦੇਸ਼ ਦਾ ਇਸ਼ੂ ਕੀ ਹੈ, ਦੁਨੀਆ ਕਿੱਥੇ ਪਹੁੰਚ ਗਈ, ਤੇ ਪੰਜਾਬ ਦੇ ਵਿੱਚ ਹਰ ਇੱਕ ਸਿਆਸੀ ਪਾਰਟੀ ਦਾ ਲੀਡਰ ਕਹਿੰਦਾ ਬਿਜਲੀ ਸਸਤੀ ਦੇ ਦਿਆਂਗੇ, ਬਿਜਲੀ ਮੁਫਤ ਦੇ ਦਿਆਂਗੇ। ਜਾਣੀ ਜੇ ਆਜ਼ਾਦੀ ਦੇ 7 ਦਹਾਕਿਆਂ ਤੋਂ ਵੀ ਉੱਪਰ ਸਮਾਂ ਹੋ ਗਿਆ ਹੋਵੇ, ਅਸੀਂ ਅਜੇ ਲੋਕਾਂ ਨੂੰ ਠੂਠਾ ਹੀ ਫੜਾਉਣਾ ਹੈ, ਸਾਰੀਆਂ ਪਾਰਟੀਆਂ ਨੇ, ਅਸੀਂ ਅਜੇ ਮੰਗ ਖਾਣਾ ਹੀ ਬਣਾਉਣਾ ਹੈ। ਇੱਦਾਂ ਇੱਕ ਨੇ ਵੀ ਨਹੀਂ ਕਿਹਾ ਕਿ ਭਾਈ ਨਿਆਣੇ ਤੁਹਾਡੇ ਨੌਕਰੀ ਤੇ ਲੱਗਣਗੇ, ਯੋਗਤਾ ਦੇ ਮੁਤਾਬਕ ਕੰਮ ਮਿਲੂਗਾ, ਨਹੀਂ ਕੰਮ ਦੇ ਸਕਾਂਗੇ ਇੰਨਾ ਪੈਸਾ ਤੁਹਾਡਾ ਹੱਕ ਬਣੂਗਾ, ਬੇਰੁਜ਼ਗਾਰੀ ਭੱਤੇ ਦਾ ਤੁਹਾਨੂੰ ਘਰ ਮਿਲੂ, ਸਾਰੀ ਦੁਨੀਆ 'ਚ ਮਿਲਦਾ ਹੈ। ਤਾਂ ਬਿੱਲ ਭਾਈ ਤੁਹਾਨੂੰ ਦੇਣਾ ਪਊਗਾ, ਰੀਜ਼ਨੇਬਲ ਰੇਟ ਹੋਣਗੇ, ਇਦਾਂ ਦੀ ਗੱਲ ਕੋਈ ਨਹੀਂ। ਮੁਫਤ ਦਾ ਤਾਂ ਕਨਸੈਪਟ ਹੀ ਹੈ ਨਹੀਂ, ਪਰ ਨਾ 200 300 400 500 ਤੁਸੀਂ ਦੇਖੋ ਕਿੰਨੀ ਕਮਾਲ ਦੀ ਆਜ਼ਾਦੀ ਹੈ ਕਿ 13 14 ਸਾਲ ਪਹਿਲਾਂ ਦੇ ਬਿਜਲੀ ਸਮਝੌਤੇ ਹੁੰਦੇ ਆਏ ਆ। ਇੱਕ ਧਿਰ ਕਹਿੰਦੀ ਆ ਜੀ ਜਿਹੜੇ 7 8 9 ਦੇ ਵਿੱਚ 2006 ਚ ਸਮਝੌਤੇ ਹੋਏ ਉਹ ਗਲਤ ਕੀਤੇ। ਉਹ ਜਿਹੜੀ ਧਿਰ ਦੇ ਉੱਤੇ ਦੋਸ਼ ਲੱਗਦਾ ਉਸ ਧਿਰ ਦੇ ਲੀਡਰ ਕਹਿੰਦੇ ਆ ਜੀ ਪਿਛਲੇ ਸਾਲ ਤਾਂ ਜੇ 18 ਰੁਪਏ ਯੂਨਿਟ ਦਾ ਸਮਝੌਤਾ ਕੀਤਾ। ਜਾਣੀ ਲੋਕਾਂ ਨੂੰ ਇੰਨਾ ਹੀ ਮੂਰਖ ਸਮਝਦੇ ਆ, ਲੋਕਾਂ ਨੂੰ ਇੰਨਾ ਹੀ ਬੁੱਧੂ ਸਮਝਦੇ ਆ। ਖੇਤੀ ਦੀ ਬਿਜਲੀ ਦੀ ਗੱਲ, ਐਸੀ ਭਾਈਚਾਰੇ ਲਈ ਮੁਫਤ ਬਿਜਲੀ ਦੀ ਗੱਲ, ਆ ਹੁਣ ਤੁਸੀਂ ਦੇਖ ਲਓ ਕਿੰਨੇ ਵਿਧਾਇਕ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਵਾਲਾ ਦੇ ਕੋਲੇ ਚੰਡੀਗੜ੍ਹ ਇਕੱਠੇ ਸੀ, ਸ਼ਹਿਰੀ ਖੇਤਰ ਦੇ। ਸਭ ਤੋਂ ਵੱਡੀ ਮੰਗ ਪਤਾ ਕਿਹੜੀ ਉੱਭਰ ਕੇ ਸਾਹਮਣੇ ਆਈ? ਉਹ ਵੀ ਸ਼ਹਿਰ ਦੇ ਲੋਕਾਂ ਨੂੰ ਵੀ ਠੀਕ ਕੀਮਤ ਦੇ ਉੱਤੇ ਬਿਜਲੀ ਦਾ ਹਿਸਾਬ ਕਿਤਾਬ ਕਦੋਂ ਲਾਈਏ। ਇਹਦਾ ਮਤਲਬ ਕਿ ਪੰਜਾਬ ਦੇ ਸ਼ਹਿਰਾਂ ਦੇ ਬਹੁਤੇ ਲੋਕ ਵੀ ਅਜੇ ਬਿਜਲੀ ਦਾ ਬਿੱਲ ਦੇਣ ਜੋਗੇ ਨਹੀਂ ਇਹਨਾਂ ਤੋਂ ਬਣੇ। ਉੱਦਾਂ ਕਹਿੰਦੇ ਅਸੀਂ ਰੁਜ਼ਗਾਰ ਬਹੁਤ ਦਿੱਤਾ, ਕੋਈ ਕਹਿੰਦਾ 96%, ਕੋਈ ਕਹਿੰਦਾ 84% ਵਾਅਦੇ ਪੂਰੇ ਕਰਤੇ। ਜੇ ਤੁਹਾਡੇ ਇੰਨੇ ਵਾਅਦੇ ਪੂਰੇ ਹੋ ਗਏ, ਕੱਲਾ ਕੱਲਾ ਬੰਦਾ ਹੋ ਸਕਦਾ ਕਿ ਬਿਜਲੀ ਦਾ ਗ੍ਰਿਡ ਹੀ ਘਰ ਲਵਾ ਲਵੇ, ਇੰਨੇ ਪੈਸੇ ਹੋ ਜਾਣੇ ਫਿਰ ਤਾਂ। ਨਹੀਂ ਹੋ ਜਾਣੇ, ਬਿਲਕੁਲ ਹੋ ਜਾਣੇ। ਉਹਨਾਂ ਨੇ ਹੋਰ ਵੀ ਗੱਲਾਂ ਕੀਤੀਆਂ ਜੀ। ਕਹਿੰਦੇ ਕੋਈ ਸ਼ਹਿਰਾਂ ਵਾਲਿਆਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ, ਕਹਿੰਦੇ ਕਲੋਨੀਆਂ 'ਚ ਪਲਾਟ ਲੋਕਾਂ ਦੇ, ਮਕਾਨ ਲੋਕਾਂ ਦੇ, ਉਹਨਾਂ ਜੀ ਰੈਗੂਲਰ ਨਹੀਂ ਹੁੰਦੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੈਗੂਲਰ ਕੀਤਾ ਜਾਵੇ। NOC ਦਿਓ, ਕਹਿੰਦੇ ਨੋ ਆਬਜੈਕਸ਼ਨ ਸਰਟੀਫਿਕੇਟ ਚਾਹੀਦਾ। ਪਿਛਲੀ ਸਰਕਾਰ ਨੇ ਨੀਤੀ ਲਿਆਂਦੀ, ਫਿਰ ਹੋਣ ਵਾਲੀ ਨਹੀਂ ਲਿਆਂਦੀ। ਮੈਨੂੰ ਸਮਝ ਨਹੀਂ ਆਉਂਦਾ ਹੁੰਦਾ ਵੀ ਯਾਰ ਇਹ ਹੋਣ ਵਾਲੀ ਨੀਤੀ NOC ਇਹ ਬਣਾਉਣ ਜਾਂ ਕੋਈ ਹੋਰ ਆਣ ਕੇ ਬਣਾ ਲਵੇ, ਇਹਦੇ ਤੇ ਮੱਥਾ ਪੱਚੀ ਕਿਉਂ ਕਰਦੇ? ਇਹਨਾਂ ਨੂੰ ਚਾਹੀਦਾ ਵੀ ਇਹ ਨਾ ਜਾਂ ਤਾਂ ਚਾਈਨਾ ਵਾਲਿਆਂ ਕੋਲੋਂ ਬਣਵਾ ਲੈਣ। ਇੱਕ ਤਾਂ ਹੁੰਦੇ ਚੂਹੇ ਫੜਨ ਵਾਲੇ ਪਿੰਜਰੇ, ਇੱਕ ਹੁੰਦੇ ਏਲੀਅਨ ਫੜਨ ਵਾਲੇ ਪਿੰਜਰੇ। ਉਹ ਪਿੰਜਰੇ ਲਾਉਣ ਸ਼ਹਿਰਾਂ ਦੇ ਘੇਰੇ ਵੀ ਉਹ ਕਿਹੜੇ ਏਲੀਅਨ ਨੇ ਜਿਹੜੇ ਰਾਤੋਂ ਰਾਤ ਆਉਂਦੇ ਆ, ਚੰਗੀ ਭਲੀ ਪੈਲੀ ਜ਼ਮੀਨ ਹੁੰਦੀ ਆ, ਉਹਦੇ ਵਿੱਚ ਸੜਕਾਂ ਬਣ ਜਾਂਦੀਆਂ, ਫਿਰ ਅਚਾਨਕ ਕਲੋਨੀ ਪੈਦਾ ਹੋ ਜਾਂਦੀ ਹੈ, ਫਿਰ ਕਲੋਨੀ ਦਾ ਪਤਾ ਨਹੀਂ ਲੱਗਦਾ ਵੀ ਕੌਣ ਕੱਟ ਗਿਆ। ਤੇ ਜਿਹੜਾ ਵਿਚਾਰਾ ਬੰਦਾ ਉੱਥੇ ਸਾਰੀ ਉਮਰ ਦੀ ਕਮਾਈ ਲਾ ਕੇ ਥਾਂ ਲੈਂਦਾ, ਫਿਰ ਉਹਦੇ ਗਲ 'ਚ ਗੂਠਾ ਦੇ ਦਿੰਦੇ ਵੀ NOC ਤੇ ਤੂੰ ਲੈਣੀ ਸੀ ਭਾਈ ਸਾਹਿਬ, ਪਲਾਟ ਤੇਰਾ। ਉਹ ਕਹਿੰਦੇ ਵੀਰ ਜੀ ਪਲਾਟ ਤੇ ਮੈਂ ਬੰਦੇ ਕੋਲੋਂ ਲਿਆ, ਸਾਨੂੰ ਨਹੀਂ ਪਤਾ ਕਿਹਦੇ ਕੋਲੋਂ ਲਿਆ ਤੂੰ, ਪਲਾਟ ਤੇਰਾ। ਹੁਣ ਇਹ ਜਿਹੜਾ ਰੋਗ ਆ ਉਹ ਪੂਰੇ ਪੰਜਾਬ ਦਾ ਇਸ ਵਕਤ ਜਖਣਾ ਪ੍ਰਾਪਰਟੀ ਵਾਲੇ ਦੀ ਵੈਸੇ ਪੱਟੀ ਪਈ ਆ, ਉਹਦੇ ਤੇ ਕੋਈ ਗੱਲ ਕਰਕੇ ਰਾਜ਼ੀ ਨਹੀਂ, ਕੋਈ ਦੱਸ ਕੇ ਰਾਜ਼ੀ ਨਹੀਂ ਵੀ ਕੌਣ ਕਿਹਦਾ ਹਿੱਸਾ ਪੱਤੀ ਦੇ, ਕਿਹਦੇ ਥਾਪੜੇ ਨਾਲ ਕੀ ਕੁਛ ਹੁੰਦਾ ਰਿਹਾ। ਹਾਂ, ਜਦੋਂ ਐਂਡ ਯੂਜ਼ਰ ਆ ਉਹ ਜਦੋਂ ਤੰਗ ਹੁੰਦਾ, ਉਹਦੇ ਅਥਰੂ ਪੁੰਝਣ ਲਈ ਕੁਛ ਨਾ ਕੁਛ ਕਰਦੀ ਹੈ। ਇਹ ਮਤਲਬ ਜਿਹੜਾ ਪਿਛਲਾ ਜਿੱਥੋਂ ਅਸਲ ਰੋਗ ਸ਼ੁਰੂ ਹੁੰਦਾ, ਉਹ ਵਾਲੀ ਨਾੜ ਕੱਟਣ ਨੂੰ ਕਿਉਂ ਨਹੀਂ ਤਿਆਰ ਕੋਈ? ਸੰਧਾਲੀਆ ਸਾਹਿਬ ਇੱਕ ਗੱਲ ਬੜੀ ਕਲੀਅਰ ਹੈ, ਕੋਈ ਵਿਦੇਸ਼ੀ ਬੰਦਾ ਭਾਰਤ ਦੇ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਵੇ ਤਾਂ ਉੱਥੋਂ ਜਾ ਕੇ ਕਮੇਟੀ ਵਾਲਿਆਂ ਨੂੰ ਕਹੇ ਮੈਨੂੰ ਜੀ ਆ ਮਾੜਾ ਜਿਹਾ ਨਕਸ਼ਾ ਦੇ ਦਿਓ ਤੁਹਾਡੇ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਕੀ ਬਣਿਆ। ਹੋ ਸਕਦਾ 1.5-2 ਘੰਟਿਆਂ ਦੇ ਬਾਅਦ ਹੀ ਉਹ ਸਦਾਈ ਹੋ ਜਾਵੇ, ਪਾਗਲ ਹੋ ਜਾਵੇ, ਕਿਉਂਕਿ ਜਿੰਨੀਆਂ ਬਿਲਡਿੰਗਾਂ ਉਹਨੇ ਨਕਸ਼ੇ 'ਚ ਦਿਖਾਉਣੀਆਂ ਕਿ ਬਣੀਆਂ, ਉਹ ਤੋਂ ਦੁੱਗਣੀਆਂ ਬਿਲਡਿੰਗਾਂ ਨਜਾਇਜ਼ ਬਣੀਆਂ। ਸ਼ਹਿਰ ਦੇ ਬਾਹਰਲੇ ਪਾਸੇ ਉਹਦੇ ਕਾਗਜ਼ਾਂ ਨੇ ਦਿਖਾਉਣਾ ਹੀ ਨਹੀਂ ਕਿ ਭਾਈ ਇੱਥੇ ਕਲੋਨੀ ਕੱਟੀ ਹੋਆ। ਰੀਅਲ estate ਦਾ ਕੰਮ ਇੱਥੇ ਵੀ ਹੁੰਦਾ ਤੇ ਉੱਥੇ ਵੀ ਹੁੰਦਾ। ਹੋ ਸਕਦਾ ਕਿ ਉਹ ਜੇ ਕਿਤੇ ਜਾਵੇ ਤਾਂ ਉਹਦੇ ਹਿਸਾਬ ਦੇ ਨਾਲ ਉੱਥੇ ਖਾਲੀ ਪਲਾਟ ਹੈ ਜਾਂ ਉੱਥੇ ਗ੍ਰੀਨਰੀ ਹੈ। ਹੋ ਸਕਦਾ ਜੰਗਲਾਤ ਵਿਭਾਗ ਦੀ ਜ਼ਮੀਨ ਹੋਵੇ ਤਾਂ ਉਹਦੇ 6-6 ਮੰਜ਼ਲੀਆਂ ਇਮਾਰਤਾਂ ਬਣੀਆਂ ਹੋਣ। ਹੋ ਸਕਦਾ ਜੇ ਕਿਸੇ ਨੂੰ ਪਤਾ ਲੱਗੇ ਕਿ ਭਾਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਿਲਕੁਲ ਮੁੱਢ ਬਹੁਤ ਸਾਰੇ ਹੋਟਲ ਗੈਰ ਕਾਨੂੰਨੀ ਬਣ ਗਏ ਸੀ। ਤੁਹਾਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਕੋਲੇ ਗਏ ਨਾ, ਇਹ ਸਾਰੇ ਬੰਦੇ ਮੰਤਰੀ ਵੀ ਸੀ, ਸੁੰਦਰ ਸ਼ਾਮ ਅਰੋੜਾ ਵੀ ਸੀਗੇ, ਹੋਰ ਵੀ ਕਈ ਮੰਤਰੀ ਸੀਗੇ। ਉਹ ਸਾਰੇ ਬੰਦੇ ਗਏ ਤੇ ਉਹੀ ਨਵਜੋਤ ਸਿੰਘ ਸਿੱਧੂ ਆ ਜਿਹੜੇ ਕਹਿੰਦੇ ਸੀ ਕਿ ਭਾਈ ਨਜਾਇਜ਼ ਸਾਰੀਆਂ ਨਹੀਂ ਮੈਂ ਰਹਿਣ ਦੇਣੀਆਂ।
ਹੁਣ ਇਹ ਸਾਰੇ ਐਮਐਲਏ ਜਦੋਂ ਉੱਥੇ ਜਾਂਦੇ ਹੋਣਗੇ, ਐਨਓਸੀ ਦੀ ਗੱਲ ਹੈ, ਵਨ ਟਾਈਮ ਸੈਟਲਮੈਂਟ ਦੀ ਗੱਲ ਹੈ, ਜੀਐਸਟੀ ਦਾ ਮੁੱਦਾ ਉੱਥੇ ਚੁੱਕਿਆ ਗਿਆ, ਮੁਫਤ ਸਸਤੀ ਤੇ 24 ਘੰਟੇ ਬਿਜਲੀ ਦਾ ਮੁੱਦਾ ਚੁੱਕਿਆ ਗਿਆ। ਇਹਦਾ ਮਤਲਬ ਕਿ ਅਜੇ ਤੱਕ ਬਰਸਾਤਾਂ ਆਉਣ ਵਾਲੀਆਂ, ਇਸ ਗੱਲ ਦੀ ਫਿਕਰ ਕਿਸੇ ਨੂੰ ਨਹੀਂ ਕਿ ਭਾਈ ਸ਼ਹਿਰਾਂ ਦੇ ਵਿੱਚ ਪਾਣੀ ਦੇ ਨਿਕਾਸ ਦਾ ਕੀ ਕਰਨਾ, ਸ਼ਹਿਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਨੇ, ਸਟਰੀਟ ਲਾਈਟਾਂ ਦਾ ਕੀ ਕਰਨਾ। ਓਲੰਪਿਕ ਹੋ ਕੇ ਹਟੀ ਹੈ, ਸਟੇਡੀਅਮ ਦਾ, ਖੇਡ ਮੈਦਾਨ ਦਾ, ਕੋਚ ਦਾ ਜ਼ਿਕਰ ਨਹੀਂ ਹੈ, ਬਿਜਲੀ ਦਾ ਜ਼ਿਕਰ ਹੈ। ਇਹਦਾ ਮਤਲਬ ਕਿ ਅਸੀਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਬੇਸਿਕ ਸਮੱਸਿਆਵਾਂ ਦੇ ਨਾਲ ਜੂਝੀ ਜਾਂਦੇ ਹਾਂ। ਇਹਦਾ ਮਤਲਬ ਕਿ ਸਾਡੀ ਲੀਡਰਸ਼ਿਪ ਦੇ ਕੋਲੇ ਉਹੀ ਵਿਜ਼ਨ ਹੈ ਕਿ ਭਾਈ ਇਸ ਗਰਮੀਆਂ ਨੂੰ ਕੀ ਲੈ ਕੇ ਦੇਣਾ। ਕੋਈ ਭਾਪੇ ਨੂੰ ਪੁੱਛੇ ਨਿਆਣਾ, ਤੈਨੂੰ ਕੁੜਤਾ ਪਜਾਮਾ ਪੁੱਤ, ਸਿਆਲਾਂ ਨੂੰ ਤੈਨੂੰ ਕੋਟੀ ਪੁੱਤ, ਉਹ ਤੋਂ ਅਗਲੇ ਗਰਮੀ ਨੂੰ ਫੇਰ ਕੁੜਤਾ ਪਜਾਮਾ ਪੁੱਤ, ਉਹ ਤੋਂ ਅਗਲੇ ਸਾਲਾਂ ਨੂੰ ਫੇਰ ਕੋਟੀ ਪੁੱਤ। ਇਹ ਤਾਂ ਪਿਛਲੇ 40-45 ਸਾਲਾਂ ਤੋਂ ਗਰਮੀਆਂ ਨੂੰ ਕੁੜਤਾ ਪਜਾਮਾ, ਸਿਆਲਾਂ ਨੂੰ ਕੋਟੀ, ਗਰਮੀਆਂ ਨੂੰ ਕੁੜਤਾ ਪਜਾਮਾ, ਸਿਆਲਾਂ ਨੂੰ ਕੋਟੀ। ਸਾਡੇ ਲੀਡਰ ਵੀ ਇਹੀ ਗਲੀਆਂ ਨਾਲੀਆਂ ਤੇ ਖੜੇ ਆ। ਇਹਦੇ 'ਚ ਇੱਕ ਗੱਲ ਤੁਸੀਂ ਐਡ ਨਹੀਂ ਕੀਤੀ, ਪੁੱਤ ਕੁੜਤਾ ਪਜਾਮਾ ਉਹ ਤੇ ਪਾਪਾ ਪਿਛਲੀ ਵਾਰ ਵੀ ਲੈ ਨਾ ਨਾ ਪੁੱਤ ਐਤਕੀ ਲਾਲ ਰੰਗ ਦਾ ਨਵਾਂ ਅੱਛਾ ਫਿਰ ਅਗਲੀ ਨਾਲ ਕੋਟੀ, ਉਹਦੇ ਪਾਪਾ ਪਿਛਲੀ ਵਾਰ ਵੀ ਲਈ ਨਹੀਂ ਪੁੱਤ ਐਤਕੀ ਦੂਜੀ ਖੁੱਲੀ ਡਿਜ਼ਾਈਨ ਵਾਲੀ। ਚਲੋ ਪਰ ਇਹ ਸਾਰੇ ਕੁਛ ਇੱਕ ਗੱਲ ਤੇ ਹੈਗੀ ਵੀ ਕਾਂਗਰਸ ਪਾਰਟੀ ਦੀ ਅੰਦਰਲੀ ਲੜਾਈ ਜਿਹੜੀ ਹੈ ਉਹ ਧੁਖਦੀ ਨਾ ਇਦਾਂ ਦੀ ਧੁਖਦੀ ਜਿੱਦਾਂ ਗਿੱਲੇ ਗੋਹਿਆਂ ਦੀ ਅੱਗ ਹੁੰਦੀ ਹੈ ਵੀ ਕਦੀ ਅੰਗਿਆਰੀ ਜੀ ਬਣਦੀ ਹੈ, ਕਦੀ ਐ ਧੂੰਆਂ ਜਿਹਾ ਘਟ ਜਾਂਦਾ, ਜਾਪਦਾ ਬੁੱਝ ਚੱਲੀਏ, ਫਿਰ ਅਚਾਨਕ ਧੁਖਣ ਲੱਗ ਪੈਂਦੇ ਤੇ ਫਿਰ ਪਤਾ ਨਹੀਂ ਕਦੋਂ ਬਲਣ ਲੱਗ ਪੈਣੀ ਹੈ। ਹੁਣ ਸੁਣਨ 'ਚ ਇਹ ਆਉਂਦਾ ਵੀ ਇੱਕ ਪਾਸੇ ਸਿੱਧੂ ਸਾਹਿਬ ਜਿਹੜੇ ਨੇ ਉਹ ਸ਼ਹਿਰੀ ਖੇਤਰ ਦੇ ਐਮਐਲਏ ਨਾਲ ਮੀਟਿੰਗ ਕਰਦੇ ਆ ਜੀ, ਦੂਜੇ ਪਾਸੇ ਕੈਪਟਨ ਸਾਹਿਬ ਜਿਹੜੇ ਨੇ ਉਹ ਇਸ ਚੀਜ਼ ਦੀ ਤਿਆਰੀ 'ਚ ਲੱਗੇ ਵੀ 16 ਵਾਲੀ ਮੰਤਰੀ ਮੰਡਲ ਦੀ ਬੈਠਕ ਹੋਣੀ ਆ, ਉਦੋਂ ਬਾਅਦ ਸ਼ਾਇਦ ਕੋਈ ਨਾ ਕੋਈ ਪਟਾਕਾ ਇੱਧਰ ਉੱਧਰੋਂ ਪਾਇਆ ਜਾਵੇ। ਪਰ ਨਾਲ ਇਹ ਵੀ ਸੁਣਨ 'ਚ ਆਉਂਦਾ ਵੀ ਕੋਈ ਸ਼ਾਇਦ 5-6 ਐਮਐਲਏ ਸਾਹਿਬਾਨ ਵਿੱਚ ਉਹਨਾਂ ਦੇ ਮੰਤਰੀ ਵੀ ਹੈਗੇ ਆ, ਉਹਨਾਂ ਨੇ ਦਿੱਲੀ ਨੂੰ ਟਿਕਟ ਕਟਾ ਲਈ। ਉਹ ਕਹਿੰਦੇ ਵੀ ਅਸੀਂ ਫਿਰ ਦਿੱਲੀ ਜਾ ਕੇ ਮਿਲ ਕੇ ਆਉਂਦੇ ਹਾਂ ਮਹਾਰਾਜ, ਇੱਦਾਂ ਕਿੱਦਾਂ। ਫਿਰ ਗੱਲ ਕਰਦੇ ਹਾਂ ਸਿੱਧੀ ਕਿ ਆਹ ਸਾਰੀਆਂ ਚੀਜ਼ਾਂ ਨੇ, ਕਿਉਂਕਿ ਜਦੋਂ ਸਿੱਧੂ ਸਾਹਿਬ ਅੰਮ੍ਰਿਤਸਰ 'ਚ ਬਿਆਨ ਦਿੰਦੇ ਸਰਕਾਰ ਕਰ ਦੇਵੇ, ਨਹੀਂ ਤਾਂ ਐਮਐਲਏ ਕਰ ਦੇਣਗੇ। ਫਿਰ ਐਮਐਲਏ ਤੋਂ ਪਹਿਲਾਂ ਕਰਨ ਕਰੀ ਦਿੱਲੀ ਵਾਲਿਆਂ ਨੂੰ ਯਕੀਨ ਚਲਾਣਾ ਤਾਂ ਜ਼ਰੂਰੀ ਹੈ ਨਾ। ਇਸੇ ਕਰਕੇ ਗਏ ਲੱਗਦੇ ਆ। ਬਾਕੀ ਸੰਧਾਲੀਆ ਸਾਹਿਬ ਆਜ਼ਾਦੀ ਦੀਆਂ ਤੁਹਾਨੂੰ ਮੁਬਾਰਕਾਂ, ਮੈਂ ਖਾਸ ਗੱਲ ਕਰਨੀ ਹੈ। ਕਹੋ ਹਾਂਜੀ ਠੀਕ ਹੈ, ਧੰਨਵਾਦ ਕਰੋ। ਧੰਨਵਾਦ ਕਰਦੇ ਹਾਂ। ਉਹਦਾ ਕਾਰਨ ਇਹ ਹੈ ਕਿ ਮੈਨੂੰ ਨਾਲ ਹੀ ਸ਼ੱਕ ਹੋ ਜਾਂਦਾ, ਮੈਂ ਕਿਹਾ ਵੀ ਹੁਣ ਬੰਦਾ ਫਸਾਊਗੇ ਤੇ ਨਹੀਂ, ਤੁਹਾਨੂੰ ਨਹੀਂ ਫਸਾਉਣਾ। ਅੱਛਾ, ਉਹ ਤਾਂ ਵੀ ਤੁਹਾਡੇ ਨਾਲ ਦੇ ਬੰਦੇ ਆ, ਤੁਹਾਡੇ ਨਾਲ ਜਣੀ ਦੇਖੋ ਇੰਨੀ ਆਜ਼ਾਦੀ ਆ ਕਿ ਸੁੱਚਾ ਸੁਲੰਗਾਹ ਦੇ ਹੱਕ 'ਚ ਰੈਲੀ ਹੋ ਜਾਂਦੀ ਹੈ ਕਿ ਭਾਈ ਨਾ ਸ਼ਾਮਲ ਕੀਤਾ ਜਾ। ਤੁਸੀਂ ਦੇਖੋ ਕਿ ਇੱਕ ਵੱਡਾ ਇਕੱਠ ਹੋਇਆ, ਲੰਗਾਹ ਸਾਹਿਬ ਆਪ ਨਹੀਂ ਗਏ। ਉਹ ਕਹਿੰਦੇ ਦੇਖੋ ਜੀ ਮੇਰੇ ਤਾਂ ਮਾਤਾ ਪਿਤਾ ਨੇ ਵੀ ਬੇਨਤੀ ਕੀਤੀ ਸੀ ਪੰਥ ਨੂੰ ਕਿ ਵਾਪਸ ਲਿਆ ਜਾਵੇ, ਮੈਨੂੰ ਤਾਂ ਪੰਥ 'ਚੋਂ ਛੇਕਿਆ ਹੈ। ਇਹ ਤਾਂ ਸੋਨੂ ਲੰਗਾਹ ਨੇ ਕੀਤਾ ਸੀ ਇਕੱਠ, ਮੈਂ ਤਾਂ ਸੰਗਤ ਦਾ ਬਹੁਤ ਧੰਨਵਾਦੀ ਹਾਂ ਕਿ ਉਹ ਸਾਰੇ ਉੱਥੇ ਗਏ, ਉਹਨਾਂ ਨੇ ਕਿਹਾ ਕਿ ਵਾਪਸੀ ਚਾਹੀਦੀ ਹੈ। ਮੈਂ ਤਾਂ 70-80 ਕਿਲੋਮੀਟਰ ਰੋਜ਼ ਜਾਣਾ, ਮੱਥਾ ਟੇਕਦਾ, ਉੱਥੇ ਬੇਨਤੀ ਕਰਦਾ, ਜੋਦੜੀ ਕਰਦਾ ਕਿ ਵਾਪਸੀ ਲੈ ਲਓ। ਪੱਤਰਕਾਰ ਨੇ ਸਵਾਲ ਪੁੱਛ ਲਿਆ, ਉਹ ਕਹਿੰਦੇ ਜੀ ਦੱਸੋ ਫਿਰ ਤੁਸੀਂ ਇਲੈਕਸ਼ਨ ਲੜਨੀ ਹੈ? ਕਹਿੰਦੇ ਜੇ ਨਾ ਵਾਪਸੀ ਹੋਈ ਫਿਰ ਲੜਨ ਵਾਲੇ ਇਲੈਕਸ਼ਨ ਲੜਨਗੇ, ਆਪਾਂ ਤਾਂ ਫਿਰ ਬੇਨਤੀ ਕਰ ਸਕਦੇ ਹਾਂ। ਵੈਸੇ ਨਾ ਇਹ ਦੇਖੋ ਕਾਰਨ ਇਹ ਹੋ ਸਕਦਾ ਤੁਹਾਨੂੰ ਬੜਾ ਅਜੀਬ ਲੱਗੇ ਇਹ ਗੱਲ ਸੁਣ ਕੇ। ਇਹ ਮੈਨੂੰ ਜਿੰਨੀ ਕੁ ਸਮਝ ਆਉਂਦੀ ਆ, ਇਹ ਸ਼ਾਇਦ ਕੋਈ ਪਹਿਲੀ ਘਟਨਾ ਹੋਊਗੀ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੇ ਕਿਸੇ ਨੂੰ ਸਜ਼ਾ ਲਾਈ ਗਈ ਹੈ ਜਾਂ ਪੰਥ ਚੋਂ ਛੇਕਿਆ ਗਿਆ, ਉਹਦੇ ਹੱਕ ਦੇ ਵਿੱਚ ਰੈਲੀ ਹੋ ਰਹੀ ਹੈ। ਉਸ ਰੈਲੀ 'ਚ ਇਕੱਠੇ ਹੋਣ ਵਾਲੇ ਲੋਕ ਜਿਹੜੇ ਨੇ ਉਹ ਵੀ ਪੰਜਾਬ ਦੇ ਨੇ ਐਂਡ ਬਹੁਤ ਸਾਰੇ ਉਹਦੇ 'ਚੋਂ ਸਿੱਖ ਨੇ। ਇੱਥੋਂ ਤੱਕ ਕਿ ਇੱਕ ਦੋ ਸਾਧ ਸੰਤ ਜਿਹੜੇ ਨੇ ਉਹ ਵੀ ਉੱਥੇ ਪਹੁੰਚਦੇ ਨੇ, ਉਹਨਾਂ ਵੱਲੋਂ ਵੀ ਬਕਾਇਦਾ ਉੱਥੇ ਮਤਾ ਜਿਹੜਾ ਉਹ ਪੜ੍ਹਿਆ ਜਾਂਦਾ ਵੀ ਆਹ ਦੇਖੋ ਜੀ ਅਸੀਂ ਉੱਥੇ ਬੇਨਤੀ ਕਰਦੇ ਹਾਂ ਜਥੇਦਾਰ ਸਾਹਿਬ ਨੂੰ ਕਿ ਜਥੇਦਾਰ ਸਾਹਿਬ ਇਹ ਸੰਗਤ ਦੀ ਬੇਨਤੀ ਦੇ ਉੱਪਰ ਤੁਸੀਂ ਇਹਨਾਂ ਨੂੰ ਮਾਫੀ ਦੇ ਦਿਓ। ਹੁਣ ਠੀਕ ਹੈ, ਉਹ ਸਹੀ ਹੈ ਗਲਤ ਇਹ ਤਾਂ ਜਥੇਦਾਰ ਸਾਹਿਬ ਦੱਸ ਸਕਦੇ, ਪਰ ਇੱਕ ਨਾ ਸਵਾਲ ਤੇ ਦਿਮਾਗ 'ਚ ਆਉਂਦਾ ਵੀ ਜਦੋਂ ਹੁਕਮਨਾਮਾ ਇਹ ਆ ਵੀ ਇਹ ਜਿਹੜਾ ਬੰਦਾ ਇਹਦੇ ਨਾਲ ਆਪਾਂ ਕੋਈ ਇਲਾਕਾ ਦੇਕਾ ਰੱਖਣਾ ਨਹੀਂ, ਤੇ ਉਸ ਬੰਦੇ ਨਾਲ ਇਲਾਕਾ ਦੇਕਾ ਰੱਖਣ ਦੇ ਲਈ ਰੈਲੀਆਂ ਵੀ ਹੁੰਦੀਆਂ, ਰੈਲੀਆਂ 'ਚ ਬੰਦੇ ਵੀ ਪਹੁੰਚਦੇ ਆ, ਸਾਧ ਸੰਤ ਵੀ ਪਹੁੰਚਦੇ ਆ, ਸਾਧ ਸੰਤ ਸਪੋਰਟ ਦੇ ਵਿੱਚ ਲੈਟਰ ਵੀ ਲਿਖਦੇ ਆ। ਇਸ ਤੋਂ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਤੇ ਅੰਮ੍ਰਿਤ ਛਕਾਇਆ ਜਾਂਦਾ। ਉਹ ਜਿਹੜੇ ਬੰਦੇ ਨੇ ਕੀ ਉਹਨਾਂ ਨੇ ਇਲਾਕਾ ਦੇਕਾ ਰੱਖਿਆ ਵੀ ਇਹਨੂੰ ਮੰਨਿਆ ਜਾਊਗਾ ਵੀ ਇਹ ਇਲਾਕਾ ਦੇਕਾ ਹੈ ਕਿ ਨਹੀਂ ਹੈ? ਤੇ ਜੇ ਉਹ ਹੈਗਾ ਤੇ ਫਿਰ ਉਸ ਤੋਂ ਬਾਅਦ ਜਥੇਦਾਰ ਸਾਹਿਬ ਇਸ ਚੀਜ਼ ਦਾ ਫੈਸਲਾ ਕਰਨਗੇ ਕਿ ਬੰਦੇ ਨੂੰ ਪੰਥ 'ਚ ਵਾਪਸ ਲੈਣਾ ਜਾਂ ਫਿਰ ਬੰਦੇ ਨੂੰ ਪੰਥ 'ਚ ਵਾਪਸ ਲੈਣ ਤੋਂ ਪਹਿਲਾਂ ਜਿਹੜੇ ਬੰਦੇ ਮਿਲਦੇ ਰਹੇ ਉਹਨਾਂ ਦਾ ਕੁਝ ਕਰਨਾ। ਸੰਧਾਲੀਆ ਸਾਹਿਬ ਆਜ਼ਾਦੀ ਬੜੀ, ਸੁੱਚਾ ਸਿੰਘ ਲੰਗਾਹ ਹੋਰਾਂ ਦੀ ਘਟਨਾ ਦੇ ਨਾਲ ਜੋੜ ਕੇ ਦੇਖ ਲਈ ਇੰਨੀ ਆਜ਼ਾਦੀ ਆ ਕਿ ਪਹਿਲਾਂ ਪਰਚਾ ਕਰਾਓ, ਉਹਦੇ ਤੋਂ ਬਾਅਦ ਕਹਿ ਦੋ ਕਿ ਜਾਣਦੇ ਹੀ ਨਹੀਂ ਆਪਾਂ। ਉਹਦੇ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਹੋਰੀ ਕੋਸ਼ਿਸ਼ ਕਰਦੇ ਆ, ਪਹਿਲਾਂ ਖੁਦ ਬੇਨਤੀ ਕਰਦੇ ਆ, ਉਹਦੇ ਤੋਂ ਬਾਅਦ ਇੱਕ ਗੁਰੂ ਘਰ ਦੇ ਵਿੱਚ ਹੀ ਹੋ ਗਿਆ ਸੀ ਕਿ ਭਾਈ ਚਲੋ ਕੋਈ ਗੱਲ ਨਹੀਂ ਕਰ ਲਓ ਸ਼ਾਮਲ, ਅਕਾਲ ਤਖਤ ਸਾਹਿਬ ਤੋਂ ਬਿਨਾਂ ਹੀ ਇੱਧਰਲੇ ਪਾਸੇ ਉਹਨਾਂ ਨੇ ਕਿਹਾ ਸੀ ਕਿ ਭਾਈ ਇਦਾਂ ਗੱਲ ਨਹੀਂ ਹੁੰਦੀ। ਉਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਕਿੰਨੇ ਨਾਰੇ ਲੱਗੇ ਸੀ, ਕਰੀ ਪੇਸ਼ੀ ਤੇ ਸੁੱਚਾ ਸਿੰਘ ਲੰਗਾਹ ਤੇਰੀ ਸੋਚ ਤੇ, ਉਹ ਹੁਣ ਵੀ ਲੱਗੇ ਰਹੇ। ਅਗਲੀ ਗੱਲ ਕਹੋ ਤੁਸੀਂ ਹੁਣ ਨਹੀਂ ਮੈਂ ਕਿਉਂ ਕਹਿਣੀ ਨਹੀਂ ਹੁਣ ਤੁਸੀਂ ਜਿੰਨੀ ਦੇਰ ਅਗਲਾ ਬੰਦਾ ਮੰਤਰੀ ਰਿਹਾ, ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਹੈ, ਉਹ ਤਾਂ ਕਹਿੰਦੇ ਰਹੇ ਤੁਸੀਂ। ਨਹੀਂ ਦੇਖੋ
ਉਦੋਂ ਅਕਾਲ ਤਖਤ ਸਾਹਿਬ ਦੇ ਹਿਸਾਬ ਨਾਲ ਉਹ ਪੰਥ 'ਚ ਸੀਗਾ। ਪੰਥ 'ਚ ਸੀਗੇ। ਤੁਸੀਂ ਹੋਰ ਤੁਸੀਂ ਦੇਖੋ, ਹੁਣ ਅਗਲੇ ਬੰਦੇ ਰੈਲੀ 'ਚ ਪਹੁੰਚ ਗਏ, ਅਗਲੇ ਬੰਦੇ ਸਪੋਰਟ ਕਰੀ। ਅਸੀਂ ਤੇ ਜਥੇਦਾਰ ਸਾਹਿਬ ਦੀ ਮੰਨਾਂਗੇ ਨਾ, ਉਹ ਕਹਿੰਦੇ ਬਈ ਉਹਨਾਂ ਚਿਰ ਲਿੰਕ ਕੋਈ ਨਹੀਂ ਰੱਖਣਾ। ਜਥੇਦਾਰ ਸਾਹਿਬ ਸਵੇਰੇ ਫੈਸਲਾ ਕਰਦੇ ਆਪ ਨੂੰ ਕੋਈ। ਤੁਹਾਡੇ ਕੋਲ ਮੈਂ ਦੇਖਿਆ ਜਗਾੜ ਬੜੇ ਹੁੰਦੇ ਲੀਡਰਾਂ ਕੋਲ ਨਾ, ਕਿ ਪਹਿਲਾਂ ਆਪ ਬੇਨਤੀ ਕਰੋ, ਜਾ ਕੇ ਬੇਨਤੀ ਕਰੋ, ਫਿਰ ਉਹਨਾਂ ਦੇ ਮਾਤਾ ਪਿਤਾ ਜੀ ਨੇ, ਬਜ਼ੁਰਗ ਨੇ, ਚਲੋ ਉਹਨਾਂ ਦਾ ਤਾਂ ਵਿੱਚ ਕਸੂਰ ਕੀ ਹੈ, ਉਹਨਾਂ ਦੁਆਰਾ ਬੇਨਤੀ, ਫਿਰ ਇੱਕ ਗੁਰੂ ਘਰ ਪਾਸਿਓਂ, ਫਿਰ ਰੋਜ਼ ਉੱਥੇ ਜਾ ਕੇ ਬੇਨਤੀ, ਫਿਰ ਬੇਨਤੀ ਦਰ ਬੇਨਤੀ। ਜੇ ਉਹ ਸਾਰੀਆਂ ਚੀਜ਼ਾਂ ਨਹੀਂ ਸੈੱਟ ਆਉਂਦੀਆਂ, ਇਕੱਠ ਕਰ ਦਿਓ। ਮੈਨੂੰ ਇੱਕ ਹੋਰ ਵੀ ਗੱਲ ਲੱਗਦੀ ਹੈ, ਇਹ ਇਕੱਠ ਦੋ ਤਰੀਕੇ ਦਾ ਪ੍ਰਭਾਵ ਪਾਊਗਾ। ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਿਸੇ ਹੋਰ ਤਰੀਕੇ ਸੋਚੇ। ਇੱਕ ਕੀ ਪ੍ਰਭਾਵ ਪਾਊਗਾ ਕਿ ਸੁੱਚਾ ਸਿੰਘ ਲੰਗਾ ਹੋਰਾਂ ਦਾ ਜਿਹੜਾ ਬੇਟਾ ਸੋਨੂ ਲੰਗਾ, ਉਹ ਕਹਿੰਦੇ ਜੀ ਉਹਨਾਂ ਨੇ ਕਰਾਇਆ, ਮੈਂ ਤਾਂ ਗਿਆ ਨਹੀਂ, ਨਾ ਮੈਂ ਕੀਤਾ। ਉਹਨੂੰ ਤਾਂ ਪੰਥ ਚੋਂ ਨਹੀਂ ਛਕਿਆ, ਉਹ ਤਾਂ ਪੰਥ 'ਚ ਹੀ ਨੇ, ਉਹ ਤਾਂ ਅਕਾਲੀ ਦਲ ਦੇ ਵਿੱਚ ਹੀ ਨੇ। ਉਹ ਸੁੱਚਾ ਸਿੰਘ ਲੰਗਾ ਦੀ ਸਟੇਟਮੈਂਟ ਦੇ ਵਿੱਚੋਂ ਦੋ ਸ਼ਬਦ ਬਹੁਤ ਧਿਆਨ ਦੇਣ ਵਾਲੇ ਆ। ਉਹ ਕਹਿੰਦੇ ਅਕਾਲੀ ਦਲ ਦੇ ਵਰਕਰਾਂ ਦਾ ਇਕੱਠ ਸੀ। ਇਹਦਾ ਮਤਲਬ ਹੈ ਕਿ ਜੇ ਪੰਥ ਚੋਂ ਬਾਹਰ ਵੀ ਰਹਿੰਦੇ, ਜੇ ਉਦਾਂ ਦੀਆਂ ਸਥਿਤੀਆਂ ਨਹੀਂ ਵੀ ਬਣਦੀਆਂ, ਜੇ ਇਹਦੇ ਬਾਵਜੂਦ ਵੀ ਵੱਡਾ ਇਕੱਠ ਹੁੰਦਾ, ਟਿਕਟ ਦੀ ਦਾਅਵੇਦਾਰੀ ਤਾਂ ਪਰਿਵਾਰ 'ਚ ਹੈਗੀ ਆ ਨਾ। ਤੇ ਫਿਰ ਉਹ ਤਾਂ ਨਾਮ ਹੀ ਲੈਦਾ, ਤੁਸੀਂ 3-4 ਉਹਨਾਂ ਦੇ ਨਾਂ ਲੈਦਾ, ਤੇ ਜਿਹੜੇ ਬੰਦੇ ਉੱਥੇ ਗਏ ਉਹਨਾਂ ਨੂੰ ਪਤਾ ਵੀ ਦਾਅਵੇਦਾਰੀ ਕਿਹਦੀ ਹੈ। ਵੀ ਜੇ ਤੇ ਸੈੱਟ ਇਹ ਉਦਾਂ ਹੀ ਆ ਨਾ, ਉਹ ਕਹਿੰਦੇ ਵੀ ਗੱਡੀ 'ਚ ਬਾ ਲਓ, ਜੇ ਤੇ ਇਜਾਜ਼ਤ ਮਿਲ ਗਈ, ਲਾਇਸੈਂਸ ਮਿਲ ਗਿਆ ਤੇ ਡਰਾਈਵਰ ਵਾਲੀ ਸੀਟ ਤੇ, ਨਹੀਂ ਤੇ ਫਿਰ ਨਾਲ ਦੀ ਤਾਂ ਹੈਗਾ ਹੀ ਹੈ ਨਾ, ਇੰਨਾ ਹੀ ਫਰਕ ਹੈ। ਪਰ ਚਲੋ ਇਹ ਜੋ ਵੀ ਹੈ, ਜਿੱਦਾਂ ਵੀ ਹੈ, ਇਹ ਤਾਂ ਹੁਣ ਮੇਰੇ ਖਿਆਲ ਨਾਲ ਜਥੇਦਾਰ ਸਾਹਿਬ ਵੀ ਇੱਥੇ ਫੈਸਲਾ ਕਰ ਸਕਦੇ ਆ ਵੀ ਉਹ ਇਸ ਇਕੱਠ ਨੂੰ, ਇਸ ਤਰ੍ਹਾਂ ਕੀਤੀ ਰੈਲੀ ਨੂੰ, ਉਹਦੇ 'ਚ ਹੋਏ ਮਤੇ ਨੂੰ ਕਿਵੇਂ ਦੇਖਦੇ, ਕਿਵੇਂ ਨਹੀਂ ਦੇਖਦੇ। ਪਰ ਕੁੱਲ ਮਿਲਾ ਕੇ ਇੰਨਾ ਜ਼ਰੂਰ ਹੈਗਾ ਵੀ ਸਿਆਸਤ ਦੇ ਵੱਖੋ ਵੱਖਰੇ ਰੰਗ ਨਜ਼ਰ ਆਉਣ ਲੱਗ ਪਏ। ਹੁਣ ਜੇ ਮੇਰੇ ਖਿਆਲ ਨਾਲ ਇੱਕ ਇਹ ਉਦਾਹਰਨ ਸੈੱਟ ਹੋ ਗਈ ਹੈ, ਤੇ ਕੱਲ੍ਹ ਨੂੰ ਜੇ ਕੋਈ ਹੋਰ ਵੱਖਰਾ ਕੋਈ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਹੋਊਗਾ, ਤੇ ਉਹਨੂੰ ਕਿਵੇਂ ਇਸ ਤਰ੍ਹਾਂ ਦਬਾਅ ਪਾ ਕੇ ਜਾਂ ਮਤੇ ਲਿਆ ਕੇ ਜਾਂ ਅਰਜ਼ੀਆਂ ਲਿਆ ਕੇ ਪੇਸ਼ ਕੀਤਾ ਜਾਣਾ, ਉਹਦੇ ਲਈ ਇੱਕ ਨਵਾਂ ਰਸਤਾ ਤੇ ਉਹਨਾਂ ਖੋਲ੍ਹ ਹੀ ਦਿੱਤਾ ਨਾ। ਨਹੀਂ, ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਉਹਨਾਂ ਨੇ ਰਸਤਾ ਵੀ ਖੋਲ੍ਹ ਦਿੱਤਾ। ਅਕਾਲੀ ਦਲ ਦੀ ਮੈਂ ਇੱਕ ਹੋਰ ਗੱਲ ਜਿਹੜੀ ਨਾਲ ਲੱਗਦੀ ਕਰਦੇ ਹਾਂ, ਕਿ ਕਈ ਹਲਕਿਆਂ 'ਚ ਅਕਾਲੀ ਦਲ ਨੂੰ ਦਿੱਕਤ ਆਊਗੀ। ਜਲੰਧਰ ਸੈਂਟਰਲ ਤੋਂ ਇੱਕ ਹਲਕਾ ਇੰਚਾਰਜ ਲਾਏ ਆ ਚੰਦਨ ਗਰੇਵਾਲ। ਆਪਾਂ ਬਹੁਤ ਵਾਰੀ ਕਹਿੰਦੇ ਨਾ ਕਿ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ 'ਚ ਲਿਆ ਕੇ ਝੱਟ ਹਲਕਾ ਇੰਚਾਰਜ ਲਾਉਂਦੇ ਆ। ਚੰਦਨ ਗਰੇਵਾਲ ਜਿਹੜੇ ਆ, ਉਹ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਸੀ, ਪਰ ਕਰਤਾਰਪੁਰ ਤੋਂ ਫਿਰ ਟਿਕਟ ਮਿਲੀ ਸੀ। ਕਰਤਾਰਪੁਰ ਤੋਂ ਟਿਕਟ ਕਿਹਨੇ ਦਿੱਤੀ ਸੀ? ਆਮ ਆਦਮੀ ਪਾਰਟੀ ਨੇ। ਥੋੜੇ ਦਿਨ ਪਹਿਲਾਂ ਆਮ ਆਦਮੀ ਪਾਰਟੀ 'ਚ ਆਏ, ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ। ਆਮ ਆਦਮੀ ਪਾਰਟੀ ਦਾ ਝਾੜੂ ਚੋਣ ਨਿਸ਼ਾਨ ਸੀ। ਉਹਦੇ ਤੋਂ ਬਾਅਦ ਹਲਕੇ 'ਚ ਬਹੁਤਾ ਨਹੀਂ ਵਿਚਰੇ, ਛੇਤੀ ਪਰੇ ਹੋ ਗਿਆ ਸੀ। ਉਹਦੇ ਤੋਂ ਬਾਅਦ ਅਕਾਲੀ ਦਲ 'ਚ ਚਲੇ ਗਿਆ, ਤੇ ਜਲੰਧਰ ਸੈਂਟਰਲ ਜਿਹੜਾ ਕਿ ਬੀਜੇਪੀ ਨੂੰ ਹਲਕਾ ਮਿਲਦਾ ਸੀ, ਉੱਥੋਂ ਅਕਾਲੀ ਦਲ ਨੇ ਇੰਚਾਰਜ ਲਾਤੇ। ਸਮੱਸਿਆ ਕੀ ਹੈ? ਕਮਲਜੀਤ ਸਿੰਘ ਭਾਟੀਆ ਸੀਨੀਅਰ ਡਿਪਟੀ ਮੇਅਰ ਰਹੇ ਨੇ ਜਲੰਧਰ ਨਗਰ ਨਿਗਮ ਦੇ, ਅਕਾਲੀ ਦਲ ਦੇ ਬੜੇ ਤੇਜ਼ਤਰਾਰ ਲੀਡਰ ਮੰਨੇ ਜਾਂਦੇ ਆ। ਹੁਣ ਕਮਲਜੀਤ ਸਿੰਘ ਭਾਟੀਆ ਕਈ ਵਾਰੀ ਉਹ ਗੁੱਸੇ 'ਚ ਵੀ ਆ ਜਾਂਦੇ ਆ, ਸੁਭਾਅ ਥੋੜ੍ਹਾ ਜਿਹਾ ਗਰਮ ਹੈ, ਉਹਨੂੰ ਤਾਂ ਤੱਤਾ ਹੈ। ਜਿੱਦਾਂ ਹੀ ਚੰਦਨ ਗਰੇਵਾਲ ਨੂੰ ਹਲਕਾ ਇੰਚਾਰਜ ਬਣਾਇਆ, ਕਮਲਜੀਤ ਸਿੰਘ ਭਾਟੀਆ ਹੋਰੀ ਕਹਿੰਦੇ ਅੱਛਾ ਠੀਕ ਆ। ਪਹਿਲਾਂ ਤਾਂ ਜਿਹੜੇ WhatsApp ਗਰੁੱਪ ਸੀ ਉਹ 'ਚ ਬਾਹਰ ਆ ਗਏ ਅਕਾਲੀ ਦਲ 'ਚ। ਬਾਅਦ 'ਚ ਕਹਿੰਦੇ ਮੈਨੂੰ ਦੱਸੋ ਕਿੰਨੇ ਸਾਲ ਹੋ ਗਏ ਅਕਾਲੀ ਦਲ 'ਚ, ਕਿੰਨੇ ਦਹਾਕੇ ਹੋ ਗਏ, ਇੱਕ ਦਿਨ ਵੀ ਪਿੱਠ ਨਹੀਂ ਦਿਖਾਈ। ਤਾਂ ਜਿਹੜਾ ਬੰਦਾ ਸਾਲ ਡੂਢ ਸਾਲ ਪਹਿਲਾਂ ਆਇਆ, ਤੁਸੀਂ ਉਹਨੂੰ ਹਲਕਾ ਇੰਚਾਰਜ ਬਣਾਓਗੇ ਤਾਂ ਕੰਮ ਇਦਾਂ ਨਹੀਂ ਚੱਲੂ। ਹੁਣ ਇੱਕੋ ਹਲਕੇ 'ਚੋਂ, ਯਾਨੀ ਜ਼ਰੂਰੀ ਨਹੀਂ ਕਿ ਆਮ ਆਦਮੀ ਪਾਰਟੀ, ਭਾਜਪਾ ਜਾਂ ਕੋਈ ਹੋਰ ਦੂਸਰੇ ਪਾਸਿਓਂ ਆਏ ਲੀਡਰਾਂ ਨੂੰ ਲੰਬੜਦਾਰੀ ਦਿੰਦੀ ਹੈ, ਅਕਾਲੀ ਦਲ ਵੀ ਦੇਣ ਲੱਗ ਪਿਆ। ਉਹ ਕਾਰਨ ਪਤਾ ਕੀ ਹੈ ਬਾਟ ਸਾਹਿਬ, ਇਹ ਤੇ ਹੁਣ ਸਿਆਸਤ ਆ ਭਾਈ ਸਾਹਿਬ। ਹੁਣ ਆਪਾਂ ਇਹ ਵੀ ਤੇ ਪਤਾ ਲੱਗਾ ਨਾ ਵੀ ਉਧਰੋਂ ਚੰਡੀਗੜ੍ਹ ਨੂੰ ਦੇਖੋ ਕਿੱਡਾ ਵੱਡਾ ਪ੍ਰਧਾਨ ਸੀ ਕਾਂਗਰਸ ਪਾਰਟੀ ਦਾ, ਉਹ ਉਧਰ ਜਾ ਕੇ ਆਮ ਆਦਮੀ ਪਾਰਟੀ ਨਾਲ ਮਿਲ ਗਿਆ। ਉਹ ਕਹਿੰਦੇ ਨਹੀਂ ਮਹਾਰਾਜ, ਆਮ ਆਦਮੀ ਪਾਰਟੀ ਜੋ ਕੇਜਰੀਵਾਲ ਸਾਹਿਬ ਦੀ ਸੋਚ ਹੈ ਨਾ, ਉਹ ਨਹੀਂ ਜੇ ਕਿਸੇ ਦੀ ਵੀ ਸੋਚ ਹੈਗੀ। ਦੇਖੋ ਇਹ ਮਾੜੀ ਗੱਲ, ਉਦੋਂ ਪਹਿਲਾਂ ਆਪਾਂ ਗੱਲ ਕਰ ਲਈ ਤੇ ਉਧਰ ਮੇਰੇ ਖਿਆਲ ਨਾਲ ਰਾਏਕੋਟ ਵਾਲੇ ਪਾਸੇ ਜੀ, ਉਧਰ ਇਹ ਢੀਂਡਸਾ ਸਾਹਿਬ ਕਹਿੰਦੇ ਸੀ ਵੀ ਆਹ ਸ਼ਾਇਦ ਸਾਡੇ ਦਾਅਵੇਦਾਰ ਹੋ ਸਕਦੇ, ਸਾਡੇ ਦਾਅਵੇਦਾਰ ਹੋ ਸਕਦੇ। ਉਹ ਪਤਾ ਬਾਅਦ ਚ ਲੱਗਾ ਵੀ ਇੱਧਰ ਇਹ ਗੱਠਜੋੜ ਕਰਨ 'ਚ ਬਿਜ਼ੀ ਰਹਿ ਗਏ, ਉਧਰੋਂ ਪਰਿਵਾਰ ਜਿਹਨੂੰ ਦਾਅਵੇਦਾਰ ਬਣਾਉਂਦੇ ਸੀ ਉਹ ਆਮ ਆਦਮੀ ਪਾਰਟੀ ਜਾ ਵੜਿਆ। ਉਹ ਕਹਿੰਦੇ ਠੀਕ ਹੈ ਜੀ, ਸਾਰਾ ਕੁਝ ਵਧੀਆ, ਕੋਈ ਗੱਲ ਨਹੀਂ। ਇਸ ਕਰਕੇ ਮੇਰੇ ਖਿਆਲ ਨਾਲ ਪੋਲੀਟੀਕਲ ਪਾਰਟੀਆਂ ਵਾਲੇ ਵਿਚਾਰੇ ਬੜੇ ਤੰਗ। ਚਲੋ ਬਾਕੀਆਂ ਦਾ ਤੇ ਮੈਨੂੰ ਪਤਾ ਨਹੀਂ, ਜਿਹੜੇ ਵਿਚਾਰੇ ਉੱਪਰ ਵਾਲੇ ਲੀਡਰ ਹੁੰਦੇ ਨਾ, ਉਹ ਹੋ ਸਕਦਾ ਵੀ ਇੱਕ ਤਰ੍ਹਾਂ ਆਖਣ ਵੀ ਯਾਰ ਕੋਈ ਨਾ ਕੋਈ ਸਹੁੰ ਨੇਮ ਰੱਖੋ ਯਾਰ। ਇੱਕ ਤਰ੍ਹਾਂ ਜਿਹੜਾ ਬੰਦਾ ਆਉਂਦਾ ਨਾ, ਅੱਜ ਆਪਣੇ ਨਾਲ ਬਹਿ ਕੇ ਚਾਹ ਪੀ ਜਾਂਦਾ, ਜਦੋਂ ਆਪਾਂ ਕਹਿੰਦੇ ਚੱਲ ਇਹਨੂੰ ਕੋਈ ਨਾ ਕੋਈ ਅਹੁਦਾ ਦਿੰਦੇ ਆ, ਅਗਲੇ ਦਿਨ ਅਖਬਾਰ 'ਚ ਫੋਟੋ ਲੱਗੀ ਹੁੰਦੀ ਫਲਾਣੇ ਨੂੰ ਸਾਫਾ ਪਵਾ ਲਿਆ ਉਹਨੇ। ਕਿਆ ਜੀ ਪਤਾ। ਬਾਕੀ ਸੰਧਾਲੀਆ ਸਾਹਿਬ, ਇਹ ਤਾਂ ਪੋਲੀਟੀਕਲ ਖੇਡਾਂ ਨੇ ਭਾਈ, ਹੁਣ ਕਰ ਕੀ ਸਕਦੇ ਆ। ਪਰ ਕਿਸਾਨਾਂ ਦੀ ਗੱਲ ਜ਼ਰੂਰ ਕਰ ਲਈਏ। ਨਹੀਂ, ਕਿਸਾਨਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਚੱਲੀ ਹੈ, ਤੇ ਰਾਘਵ ਚੱਡਾ ਸਾਹਿਬ ਨੇ ਕਿਹਾ, ਚਿੱਠੀ ਦੇ ਨਾਲ ਉਹਨਾਂ ਨੇ ਪੂਰੀ ਕਿਤਾਬ ਵਿਖਾਈ। ਕਹਿੰਦੇ 129 ਪੇਜ ਹੈ ਇਹਦੇ, ਇਹ ਚੋਣ ਮੈਨੀਫੈਸਟੋ 2017 ਦੇ ਵਿੱਚ ਸਿੱਧੂ ਸਾਹਿਬ ਤੁਹਾਡੀ ਆਪਣੀ ਪਾਰਟੀ ਨੇ ਪੇਸ਼ ਕੀਤਾ ਸੀ, ਤੇ ਇਹਦੇ 'ਚ ਵਾਅਦੇ ਤੇ ਵਾਅਦਾ ਠਾਹ ਵਾਅਦਾ ਕੀਤਾ, ਤੇ ਤੁਸੀਂ ਜ਼ਰੂਰ ਦੱਸੋ ਵੀ ਇਹਦੇ 'ਚੋਂ ਕਿੰਨੇ ਤੁਸੀਂ ਹੁਣ ਤੱਕ ਪੂਰੇ ਕੀਤੇ, ਕਿਉਂਕਿ ਹੁਣ ਤੇ ਸਮਾਂ ਲੰਘ ਗਿਆ। ਨਾਲੇ ਸਵਾਲ ਉਹ ਕਹਿੰਦੇ ਸਿੱਧੂ ਸਾਹਿਬ ਨੂੰ ਸ਼ਾਇਦ ਭੁਲੇਖਾ ਪੈ ਗਿਆ ਵੀ ਉਹਨਾਂ ਦੀ ਆਪਣੀ ਸਰਕਾਰ ਆ।
ਕਹਿੰਦੇ ਜਿੱਦਾਂ ਉਹ ਐਕਟ ਕਰ ਰਿਹਾ ਉਦਾਂ ਤੇ ਇੱਕ ਹੋਰ ਬੰਦੇ ਨੂੰ ਐਕਟ ਕਰਨਾ ਚਾਹੀਦਾ, ਉਹਦਾ ਨਾਂ ਹਰਪਾਲ ਸਿੰਘ ਚੀਮਾ। ਨਹੀਂ ਵੀ ਉਹ ਕਰਨ ਵਿਰੋਧੀ ਉਹ ਕਹਿੰਦੇ ਵਿਰੋਧੀ ਪਾਰਟੀ ਦਾ ਲੀਡਰ ਤੇ ਯਾਰ ਉਹ ਆ, ਤੇ ਤੁਸੀਂ ਉਹਦੇ ਵਾਲਾ ਕੰਮ ਕਰੀ ਜਾਂਦੇ ਹੋ, ਤੁਹਾਡੀ ਤਾਂ ਸਰਕਾਰ ਆ, ਤੁਸੀਂ ਤਾਂ ਇਹ ਕੰਮ ਕਰਕੇ ਦਿਖਾਉਣੇ ਆ। ਦੇਖੋ ਸੰਧਾਲੀਆ ਸਾਹਿਬ, ਗੱਲ ਪਤਾ ਕੀ, ਉਹਨਾਂ ਨੇ ਸਭ ਤੋਂ ਪਹਿਲਾਂ ਵਧਾਈਆਂ ਦਿੱਤੀਆਂ। ਉਹ ਕਹਿੰਦੇ 3 ਮਿੰਟ ਵਧਾਈਆਂ ਦਿੱਤੀਆਂ, ਕਹਿੰਦੇ ਸਿੱਧੂ ਸਾਹਿਬ ਤੁਸੀਂ ਬਹੁਤ ਚਿਰਾਂ ਦੇ ਲੱਗੇ ਸੀ, ਤੁਸੀਂ ਕੋਸ਼ਿਸ਼ ਕਰ ਰਹੇ ਸੀ, ਤੁਸੀਂ ਹੁਣ ਬਣ ਗਏ ਹੋ ਇੰਚਾਰਜ, ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਗਏ, ਤੁਹਾਨੂੰ ਬਹੁਤ ਮੁਬਾਰਕਾਂ, ਤੁਸੀਂ ਕੋਸ਼ਿਸ਼ ਕਰ ਰਹੇ ਸੀ, ਪੂਰੀ ਭੂਮਿਕਾ ਬਣਾਈ। ਬਾਅਦ 'ਚ ਕਹਿੰਦੇ ਜੀ ਆ ਮੈਂ ਤੁਹਾਨੂੰ ਚਿੱਠੀ ਲਿਖਣ ਲੱਗਿਆ ਕਿ ਤੁਹਾਡੀ ਸਰਕਾਰ ਹੈ, ਤੁਸੀਂ ਉਸ ਪਾਰਟੀ ਦੇ ਪ੍ਰਧਾਨ ਹੋ ਜਿਹੜੀ ਪਾਰਟੀ ਦੇ ਬਹੁਤੇ ਐਮਐਲਏ ਨੇ, ਇਸ ਕਰਕੇ ਸਰਕਾਰ ਹੈ ਤੇ ਤੁਹਾਡੇ ਕੋਲੇ ਮਹੀਨੇ 6 ਨੇ। ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਨਾ ਆਖੋ ਕਿ ਮੈਂ ਕਰਕੇ ਦਿਖਾਊਂਗਾ, ਫਿਰ ਹੁਣ ਕਰੋ। ਸੰਧਾਲੀਆ ਸਾਹਿਬ, ਇਹ ਚਿੱਠੀ ਲਿਖਣ ਤੇ 129 ਸਫ਼ਿਆਂ ਦਾ ਜਿਹੜਾ ਪਿਛਲੀ ਵਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ 2017 ਵਾਲਾ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬਾਅਦ 'ਚ ਭੇਜਿਆ, ਪਹਿਲਾਂ ਪ੍ਰੈਸ ਨੂੰ ਦਿੱਤਾ। ਹੁਣ ਇਹ ਕਿਉਂ ਜ਼ਰੂਰੀ ਹੋ ਗਿਆ ਸੀ? ਤੁਸੀਂ ਇਹ ਦੇਖੋ ਕਿ ਆਮ ਤੌਰ ਤੇ ਕੀ ਹੁੰਦਾ ਕਿ ਇੱਕ ਸਰਕਾਰ ਹੁੰਦੀ ਹੈ ਇਲੈਕਸ਼ਨ ਤੋਂ ਠੀਕ ਪਹਿਲਾਂ, ਲੋਕ ਉਹਦੇ ਕੰਮ ਦੇਖਦੇ ਇਹਨਾਂ ਨੇ ਕੀਤੇ ਕਿ ਨਹੀਂ ਕੀਤੇ। ਵਿਰੋਧੀ ਧਿਰ ਉਹਨੂੰ ਬਾਰ-ਬਾਰ ਪੁਣਦੀ ਆ ਕਿ ਆ ਵੀ ਕਿਹਾ ਸੀ ਨਹੀਂ ਕੀਤਾ, ਆ ਵੀ ਕਿਹਾ ਸੀ ਨਹੀਂ ਕੀਤਾ, ਪਰ ਇੱਥੇ ਕੰਮ ਹੀ ਹੋਰ ਹੋ ਗਿਆ, ਹੋਰ ਕਿਸੇ ਦੀ ਗੱਲ ਹੀ ਨਹੀਂ ਚੱਲਦੀ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਅਸੀਂ ਆ ਵੀ ਕੀਤਾ ਤੇ ਆ ਵੀ ਕੀਤਾ। ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਾਰਟੀ ਦੇ ਸੂਬਾ ਪ੍ਰਧਾਨ ਹੈ, ਉਹ ਕਹਿੰਦੇ ਆ ਵੀ ਨਹੀਂ ਹੋਇਆ, ਆ ਵੀ ਨਹੀਂ ਹੋਇਆ, ਛੇਤੀ ਕਰ ਦਿਓ ਨਹੀਂ ਤਾਂ ਅਸੀਂ ਕਰਾਂਗੇ। ਹੋਰ ਕਿਸੇ ਬੰਦੇ ਨੂੰ ਮੌਕਾ ਹੀ ਨਹੀਂ ਮਿਲਦਾ। ਜਿਹੜਾ ਬੰਦਾ, ਇਸ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਕਿੰਨੀ ਵਾਰੀ ਨਾਂ ਲਿਆ, ਜਾਂ ਅਕਾਲੀਆਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਕਿੰਨੀ ਵਾਰੀ ਨਾਂ ਲਿਆ। ਬਿਕਰਮ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ ਹੋਈ, ਸਭ ਤੋਂ ਵੱਧ ਨਵਜੋਤ ਸਿੰਘ ਸਿੱਧੂ ਤੇ ਤਵਾ। ਇੱਧਰ ਰਾਘਵ ਚੱਡਾ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਈ, ਸਭ ਤੋਂ ਵੱਧ ਕੇਂਦਰ ਬਿੰਦੂ ਨਵਜੋਤ ਸਿੰਘ ਸਿੱਧੂ। ਇਦਾਂ ਹੀ ਭਾਰਤੀ ਜਨਤਾ ਪਾਰਟੀ ਵਾਲੇ ਜੇ ਬੋਲਦੇ ਆ, ਉਹ ਕਹਿੰਦੇ ਜੀ ਰਲਿਓ ਆ ਕੈਪਟਨ ਸਿੱਧੂ, ਉਹਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ। ਜੇ 1.5 ਮਹੀਨਾ ਪਹਿਲਾਂ ਤੱਕ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਪੰਜਾਬ ਦੀ ਰਾਜਨੀਤੀ 'ਚੋਂ ਹੀ ਖਤਮ ਆ, ਉਹ ਗੱਲ ਹੀ ਕੋਈ ਨਹੀਂ, ਉਹ ਬੰਦਾ ਘਰੋਂ ਹੀ ਨਹੀਂ ਨਿਕਲਦਾ। ਅੱਜ ਸਾਰੀਆਂ ਸਿਆਸੀ ਧਿਰਾਂ ਉਸੇ ਬੰਦੇ ਦਾ ਨਾਂ ਲੈਂਦੀਆਂ, ਕਿਉਂਕਿ ਠੀਕ ਹੈ ਰਲੇ ਨਹੀਂ ਹੋਣੇ ਚਾਹੀਦੇ। ਅੱਜ ਨਵਜੋਤ ਸਿੰਘ ਸਿੱਧੂ ਦੀ ਡਿਊਟੀ ਆ ਕਿ ਭਾਈ ਕੰਮ ਕਰਕੇ ਦਿਖਾ ਲਓ। ਬਹੁਤੇ ਐਮਐਲਏ ਤੁਹਾਡੇ ਨਾਲ ਬਹਿੰਦੇ ਆ, ਬਹੁਤੇ ਮੰਤਰੀ ਤੁਹਾਡੇ ਨਾਲ ਬਹਿੰਦੇ ਆ, ਜ਼ਿੰਮੇਵਾਰੀ ਤੁਹਾਡੀ ਹੁਣ ਤੈਅ ਹੋਣੀ ਆ, ਭਾਵੇਂ ਤੁਸੀਂ ਪਾਰਟੀ 'ਚੋਂ। ਇਸ ਕਰਕੇ ਇਦਾਂ ਨਹੀਂ ਹੋ ਸਕਦਾ ਕਿ ਤੁਸੀਂ ਕੰਮ ਨਾ ਕਰੋ ਤੇ ਅਗਲੀ ਵਾਰ ਦੀ ਗੱਲ ਕਰ ਦੋ। ਪਰ ਵਿਰੋਧੀ ਪਾਰਟੀਆਂ ਨੇ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਭਾਈ ਇਹ ਬੰਦੇ ਨੂੰ ਰੋਕਣਾ ਪਊਗਾ, ਨਹੀਂ ਤਾਂ ਔਖੇ ਹੋ ਜਾਣਗੇ। ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਵਿਰੋਧੀ ਪਾਰਟੀਆਂ ਵੀ ਸਕੀਮ 'ਚ ਆ ਗਈਆਂ। ਐਡੇ ਸਕੀਮ ਉਸੇ ਬੰਦੇ ਨੇ ਲਾਈ ਹੈ ਜਿਹਨੂੰ ਰੁਪਈਆ ਤਨਖਾਹ ਦੇਣੀ ਸੀ, ਉਹ ਗੱਲ ਵੱਖਰੀ, ਅਗਲਾ ਬੰਦਾ ਅਸਤੀਫਾ ਦੇ ਗਿਆ। ਹੁਣ ਦੇਖੋ ਹੁੰਦਾ ਕੀ ਆ ਵੀ ਮੰਨ ਲਓ ਵੀ ਇੱਕ ਭਲਵਾਨ ਆ, ਉਹ ਕਹਿੰਦੇ ਵੀ ਆਹ ਫਲਾਨਾ ਭਲਵਾਨ ਆਵੇ, ਕਿਹੜਾ ਨਿੱਤਰਦਾ ਵੇ ਜਿਹੜਾ ਇਹਦੇ ਮੋਢੇ ਲਾਵੇ, ਹੈ ਨਾ। 3-4 ਜਣੇ ਉਧਰੋਂ ਲੰਗੋਟ ਬੰਨ੍ਹ ਕੇ ਨਿਕਲ ਆਉਂਦੇ, ਦੇ ਢੋਲ ਤੇ ਡੱਗਾ ਲੱਗ ਜਾਂਦਾ, ਉਹ ਕਹਿੰਦੇ ਲੈ ਵੀ ਫਲਾਨਾ ਕਰੂਗਾ, ਫਲਾਨਾ ਕਰੂਗਾ। ਅਚਾਨਕ ਉਹ ਭਲਵਾਨ ਦਾ ਹੀ ਕੋਈ ਆਪਣਾ ਭਰਾ ਜਾਂ ਟੱਬਰ 'ਚੋਂ ਬੰਦਾ ਨਿਕਲ ਆਉਂਦਾ, ਉਹ ਕਹਿੰਦਾ ਲੈ 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 ਵੀ ਆਹ ਕਰੂਗਾ। ਉਹ ਹੌਲੀ ਹੌਲੀ ਹੁੰਦਾ ਹੈ ਵੀ ਟੱਬਰ ਉਸੇ ਦੇ 2 ਭਲਵਾਨ ਲੜਨ ਲੱਗ ਪੈਂਦੇ ਆ, ਕੁਸ਼ਤੀ ਕੋਈ ਜਿੱਤੇ, ਇਨਾਮੀ ਰਾਸ਼ੀ ਉਸੇ ਟੱਬਰ 'ਚ, ਹੈ ਨਾ। ਮੈਨੂੰ ਇਹ ਜਾਪਦਾ ਵੀ ਇਹ ਕਿਤੇ ਸਕੀਮ ਇੱਦਾਂ ਤਾਂ ਨਹੀਂ ਲੱਗ ਗਈ ਵੀ ਕਾਂਗਰਸ ਪਾਰਟੀ ਨੇ ਇੱਕ ਤਾਂ ਉਹਨਾਂ ਨੂੰ ਆਪਣਾ ਬੰਦਾ ਜਾਪਿਆ ਵੀ ਯਾਰ ਇਹ ਸਾਡਾ ਬੰਦਾ ਹੈ, ਉਸ ਬੰਦੇ ਦਾ ਪ੍ਰਭਾਵ ਹੈਗਾ ਨਹੀਂ ਹੈਗਾ ਇਹ ਹੁਣ ਲੋਕ ਤੈਅ ਕਰਨ। ਪਰ ਜੇ ਉਹ ਕਹਿੰਦੇ ਵੀ ਨਹੀਂ ਯਾਰ ਇਹਦਾ ਪ੍ਰਭਾਵ ਹੈ ਨਹੀਂ, ਉਹ ਕਹਿੰਦੇ ਇਹਦਾ ਪ੍ਰਭਾਵ ਹੈ ਨਹੀਂ ਤੇ ਫਿਰ ਇਹਦਾ ਸੀ। ਕਿਸੇ ਨੂੰ ਤੁਸੀਂ ਜਿੱਤ ਲਓ, ਵੋਟ ਪਾ ਲਓ, ਜਿਹੜੀ ਇਨਾਮੀ ਰਾਸ਼ੀ ਉਹ ਸਾਡੇ ਟੱਬਰ 'ਚ ਆਵੇ। ਇੱਕ ਤਾਂ ਇੱਦਾਂ ਦੇ ਨਹੀਂ ਵੀ ਬਾਕੀ ਦੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਵੀ ਇਹ ਗੇਮ ਸਮਝ ਨਹੀਂ ਆ ਰਹੀ ਵੀ ਯਾਰ ਅਗਲਿਆਂ ਨੇ ਆਪਣੇ ਬੰਦੇ ਦੇ ਵਿਰੋਧ ਦੇ ਵਿੱਚ ਜਿਹੜਾ ਬੰਦਾ ਖੜਾ ਕਰਵਾਇਆ ਉਹ ਵੀ ਉਹਨਾਂ ਦਾ ਆਪਣਾ ਹੀ ਆ। ਤੇ ਜੇ ਇਹ ਗੱਲ ਟਾਈਮ ਨਾਲ ਉਹ ਨਾ ਸਮਝੇ, ਫਿਰ ਇਹ ਨਾ ਹੋਵੇ ਵੀ ਅਗਲੀ ਵਾਰ ਫਿਰ ਉਹ ਆਖਣ ਹਾਂ ਜੀ ਚੋਣ ਮੈਨੀਫੈਸਟੋ ਜਿਹੜਾ ਤੁਸੀਂ 2021 'ਚ ਦਿੱਤਾ ਸੀ ਜੀ ਉਹ ਫਿਰ ਹੁਣ ਤੁਸੀਂ ਕਦੋਂ ਲਾਗੂ ਕਰੋਗੇ, ਕਹਿੰਦੇ ਕੋਈ 27 'ਚ ਕਰ ਦਾਂਗੇ। ਸੰਧਾਲੀਆ ਸਾਹਿਬ, ਗੱਲ ਪਤਾ ਕੀ ਹੈ, ਭਾਜਪਾ, ਅਕਾਲੀ ਦਲ, ਬਹੁਜਨ ਸਮਾਜ ਪਾਰਟੀ, ਉਧਰਲੇ ਪਾਸੇ ਕਾਂਗਰਸ ਤੇ ਜਿੰਨੀਆਂ ਵੀ ਧਿਰਾਂ ਨੇ ਆਮ ਆਦਮੀ ਪਾਰਟੀ ਵਿਚਾਲੇ, ਇਹ ਸਾਰੀਆਂ ਧਿਰਾਂ ਇੱਕ ਗੱਲ ਦਾ ਚੇਤਾ ਰੱਖਣ, ਭਾਵੇਂ ਕੈਪਟਨ ਸਾਹਿਬ ਨੇ, ਸਿੱਧੂ ਸਾਹਿਬ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ, ਕੋਈ ਲਾ ਲਓ, ਇਹ ਸਾਰੇ ਬੰਦੇ ਇੱਕ ਗੱਲ ਦਾ ਚੇਤਾ ਰੱਖਣ ਕਿ ਲੋਕਾਂ ਨੇ ਗੱਲਾਂ ਨਹੀਂ ਸੁਣਨੀਆਂ, ਲੋਕਾਂ ਨੇ ਕੰਮ ਦੇਖਣੇ ਆ। ਭਲਾ ਕਿਉਂ? ਬਠਿੰਡਾ ਪੰਜਾਬ ਦਾ ਬੜਾ ਇੰਪੋਰਟੈਂਟ ਸ਼ਹਿਰ ਹੈ, ਬਹੁਤ ਜ਼ਿਆਦਾ ਚਰਚਾ 'ਚ ਰਹਿਣ ਵਾਲਾ ਸ਼ਹਿਰ ਹੈ। ਉਸ ਬਠਿੰਡੇ ਦਾ ਮਾਡਲ ਟਾਊਨ ਹੈ, ਮਾਡਲ ਟਾਊਨ ਦਾ ਇੱਕ ਪਾਰਕ ਹੈ, ਪਾਰਕ ਦੇ ਵਿੱਚੋਂ ਲੋਕ ਦੇਖਦੇ ਆ ਕਿ ਭਾਈ ਇੱਕ ਮੁੰਡਾ ਮੁੱਧਾ ਪਿਆ ਹੀ। ਹੁਣ ਮੁੱਧਾ ਪਿਆ, ਉਹ ਕਹਿੰਦੇ ਯੋਗਾ ਕਰਦਾ ਹੋਣਾ, ਕੋਈ ਐਕਸਰਸਾਈਜ਼ ਕਰਦਾ ਹੋਣਾ, 1 ਮਿੰਟ 2 ਮਿੰਟ 5 ਮਿੰਟ 7 ਮਿੰਟ ਅੱਧਾ ਘੰਟਾ ਉੱਠਿਆ ਹੀ ਨਾ, ਨੇੜੇ ਜਾ ਕੇ ਦੇਖਿਆ ਤਾਂ ਮੁੰਡੇ ਦੀ ਬਾਂਹ ਦੇ ਵਿੱਚ ਸਿਰਿੰਜ ਲੱਗੀ ਹੋਈ ਆ। ਉਹਨੇ ਨਸ਼ਾ ਕੀਤਾ, ਸਿਰਿੰਜ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਪੰਜਾਬ ਦੇ ਵਿੱਚੋਂ ਪਿਛਲੀ ਸਰਕਾਰ ਵੀ ਕਹਿੰਦੀ ਸੀ ਨਸ਼ਾ ਖਤਮ, ਤੇ ਇਸ ਸਰਕਾਰ ਨੇ ਵੀ ਦਾਅਵਾ ਕੀਤਾ ਕਿ ਲੱਕ ਤੋੜਤਾ। ਲੋਕ ਗੱਲਾਂ ਨਹੀਂ ਸੁਣਨਗੇ। ਜੇ ਲੋਕਾਂ ਦੇ ਪੁੱਤ ਤੇ ਲੋਕਾਂ ਦੇ ਧੀਆਂ ਨਸ਼ੇ 'ਚ ਵੜਦੇ ਜਾਣਗੇ, ਇਹਦਾ ਮਤਲਬ ਪੰਜਾਬ ਦੀਆਂ ਸੜਕਾਂ ਤੇ ਨਸ਼ਾ ਹੈਗਾ। ਇਹਦਾ ਮਤਲਬ ਹੈ ਕਿ ਇੱਕ ਮੁੱਖ ਮੁੱਦਾ ਜਿੱਧਰਲੇ ਪਾਸੇ ਨੂੰ ਤੁਰਨਾ ਚਾਹੀਦਾ। ਨਸ਼ਾ ਕੌਣ ਵਿਕਵਾਉਂਦਾ ਰਿਹਾ, ਕੌਣ ਵੇਚਦਾ ਰਿਹਾ,
ਕਿੱਦਾਂ ਪਹੁੰਚਦਾ ਰਿਹਾ, ਉਹਦਾ ਇਨਸਾਫ ਪੰਜਾਬ ਦੇ ਲੋਕਾਂ ਨੂੰ ਮਿਲਿਆ ਨਹੀਂ। ਹੁਣ ਕਮਾਲ ਦੀ ਗੱਲ ਦੇਖੋ, ਮੁੰਡਾ 25 ਸਾਲਾਂ ਦਾ 12ਵੀਂ ਜਮਾਤ ਪਾਸ ਹੈ, ਪੁਲਿਸ ਦੇ ਵਿੱਚ ਭਰਤੀ ਹੋਣ ਦੇ ਲਈ ਤਿਆਰੀ ਕਰਦਾ, ਨਸ਼ਾ ਕਰਨ ਲੱਗ ਪੈਂਦਾ। 15 ਦਿਨ ਪਹਿਲਾਂ ਉਹਨਾਂ ਕੁਝ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਕਰਾਇਆ ਜਾਂਦਾ ਤੇ ਉੱਥੋਂ 6 ਜਣੇ ਭੱਜ ਕੇ ਆਉਂਦੇ ਆ, ਪੈਸੇ ਦਾ ਜੁਗਾੜ ਕਰਕੇ ਚਿੱਟਾ ਖਰੀਦਦੇ ਆ ਤੇ ਉਹਦੇ ਤੋਂ ਬਾਅਦ ਜਦੋਂ ਟੀਕਾ ਲਾਉਂਦੇ ਆ ਤਾਂ ਫਿਰ ਉੱਥੇ ਹੀ ਠਾ। ਇਹ ਅੱਜ ਦੀ ਤਸਵੀਰ ਹੈ ਪੰਜਾਬ ਦੀ। ਜੇ ਕੋਈ ਬੰਦਾ ਇਸ ਗੱਲ ਤੋਂ ਮੁਨਕਰ ਹੁੰਦਾ ਜਾਂ ਕੋਈ ਬੰਦਾ ਦਾਅਵਾ ਕਰਦਾ ਸੀ 94% ਅਸੀਂ 84% ਆਹ ਕਰਤਾ ਉਹ ਕਰਤਾ, ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੇ ਨਾਲ ਲੈਣਾ ਨਹੀਂ। ਜਦੋਂ ਤੱਕ ਪੰਜਾਬ ਦੇ ਨੌਜਵਾਨਾਂ ਦੀ ਬਾਂਹ ਦੇ ਵਿੱਚੋਂ ਸਿਰਿੰਜ ਇਦਾਂ ਹੀ ਨਿਕਲਦੀ ਰਹੂਗੀ, ਲੋਕਾਂ ਨੇ ਸਵਾਲ ਦੂਜੇ ਤਰੀਕੇ ਪੁੱਛਣੇ ਆ। ਨਹੀਂ ਪੁੱਛਣ ਕਾਰਨ ਤੇ ਉਹੀ ਹੈ ਨਾ WhatsApp, ਜੇ ਆਪਾਂ ਸਵਾਲ ਪੁੱਛੀਏ ਤੇ ਉਹ ਸਵਾਲ ਪੁੱਛਣ ਤੋਂ ਬਾਅਦ ਜੇ ਜਵਾਬ ਨਹੀਂ ਮਿਲਦਾ ਤੇ ਫਿਰ ਐਟਲੀਸਟ ਇਹ ਜ਼ਰੂਰ ਪਛਾਣਿਆ ਜਾਵੇ ਵੀ ਇਹ ਜਿਹੜਾ ਅਖਾੜਾ, ਇਸ ਅਖਾੜੇ ਜਿਹੜੇ ਲੰਗੋਟ ਬੰਨ ਕੇ ਤੇ ਭਲਵਾਨ ਕਹਿੰਦੇ ਵੀ ਅਸੀਂ ਘੁਲ ਰਹੇ ਹਾਂ, ਇਹਨਾਂ ਚੋਂ ਕਿਹੜਾ ਭਲਵਾਨ ਜਿਹੜਾ ਕਾਫੀ ਪੁਰਾਣਾ ਅਜੇ ਤੱਕ ਵੀ ਉਸੇ ਤਰ੍ਹਾਂ ਹੀ ਉਹ ਰਲ ਕੇ ਮਿਲ ਕੇ ਖੇਡੀ ਜਾਂਦਾ। ਘੱਟੋ ਘੱਟ ਉਹਦੀ ਬਜਾਏ ਕੋਈ ਨਵੇਂ ਬੰਦੇ ਵੇਖ ਲਈਏ ਜੀ, ਕੋਈ ਸਾਡੇ ਆਪਣੇ ਕੋਈ ਧੀਆਂ ਪੁੱਤ ਨਹੀਂ ਜਿਹੜੇ ਚੰਗੇ ਭਲਵਾਨ ਬਣ ਸਕਦੇ ਆ, ਕੱਲ ਨੂੰ ਉਹਨਾਂ ਨੂੰ ਘਲਾ ਕੇ ਦੇਖ ਲਈਏ ਜੀ। ਨਹੀਂ, ਫਰਕ ਤਾਂ ਇੰਨਾ ਹੀ ਆ। ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਕਿਉਂਕਿ ਆਜ਼ਾਦੀ ਦਿਹਾੜਾ ਤੇ ਕਿਹਨੂੰ ਘਲਾ ਕੇ ਦੇਖਣਾ, ਕਿੱਦਾਂ ਉਹ ਲੋਕਾਂ ਦੇ ਪੱਖ ਦਾ ਬੰਦਾ ਹੋਵੇ। ਤੇ ਸਭ ਤੋਂ ਵੱਡੀ ਗੱਲ ਕਿ ਜਦੋਂ ਅਗਲੀ ਇਸੇ ਤਰੀਕੇ ਦੀ ਆਜ਼ਾਦੀ ਦਿਹਾੜੇ ਦੀ ਸਵੇਰ ਆਉਣੀ ਆ ਨਾ, ਉਦੋਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਚੁੱਕੀਆਂ ਹੋਣੀਆਂ, ਉਦੋਂ ਵੋਟਾਂ ਪੈ ਚੁੱਕੀਆਂ ਹੋਣੀਆਂ, ਉਦੋਂ ਪ੍ਰਚਾਰ ਥੰਮ ਗਿਆ ਹੋਣਾ, ਉਦੋਂ ਸਰਕਾਰ ਬਣ ਗਈ ਹੋਣੀ ਹੈ। ਨਹੀਂ ਮਤਲਬ ਇਹ ਆ ਵੀ ਹੋ ਸਕਦਾ ਵੀ ਉਦੋਂ ਤੱਕ ਵੀ ਰੱਸੀ ਪੋਲ ਸਟੇਡੀਅਮ ਉਹੀ ਹੋਵੇ ਜਿਹੜਾ ਕਿ ਐਤਕੀ ਹੋਣਾ ਜੀ, ਪਰ ਉਸ ਰੱਸੀ ਪੋਲ ਝੰਡੇ ਨੂੰ ਲਹਿਰਾਉਣ ਵਾਲਾ ਬੰਦਾ ਬਦਲ ਜਾਏ। ਤੇ ਇਹ ਪੰਜਾਬ ਦੇ ਲੋਕਾਂ ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਇਸ ਆਜ਼ਾਦੀ ਦਿਹਾੜੇ ਤੋਂ ਅਗਲੇ ਸਾਲ ਦੇ ਆਜ਼ਾਦੀ ਦਿਹਾੜੇ ਦੇ ਵਿਚਾਲੇ ਜਿਹੜੀ ਪੰਜਾਬ ਵਿਧਾਨ ਸਭਾ ਚੋਣ ਆਉਣੀ ਹੈ, ਉਹਨੂੰ ਰੈਲੀਆਂ 'ਚ, ਰੋਡ ਸ਼ੋਅ 'ਚ, ਨਸ਼ੇ 'ਚ, ਪੈਸੇ 'ਚ ਵੰਡ ਜਿਹੜੀ ਕਰਦੇ ਆਪਸ ਦੇ ਵਿੱਚ ਲੋਕਾਂ ਦੀ, ਉਹਦੇ ਉੱਤੇ ਨਸ਼ਟ ਕਰ ਦੇਣਾ ਹੈ ਕਿ ਆਪਣਾ ਭਾਈਚਾਰਾ ਕਾਇਮ ਰੱਖਦਿਆਂ ਲੋਕਾਂ ਦੇ ਮੁੱਦਿਆਂ ਦੇ ਉੱਤੇ ਆਉਣਾ। ਤੇ ਜੇ ਕਿਤੇ ਪੰਜਾਬ ਦੀ ਵਿਧਾਨ ਸਭਾ ਚੋਣ ਲੋਕਾਂ ਦੇ ਮੁੱਦਿਆਂ ਤੇ ਲੜਾਉਣ 'ਚ ਕਾਮਯਾਬ ਹੋ ਜਾਣ, ਜਿੱਦਾਂ ਕਿਸਾਨਾਂ ਦੀ ਪਾਰਲੀਮੈਂਟ ਨੇ ਅਸਰ ਦਿੱਤਾ ਹੈ, ਤਾਂ ਫਿਰ ਹੋ ਸਕਦਾ ਕਿ ਅਗਲਾ ਆਜ਼ਾਦੀ ਦਿਹਾੜਾ ਜਿਹੜਾ ਉਦੋਂ ਸਾਨੂੰ ਇਹਦੇ ਤੋਂ ਅੱਧੀਆਂ ਗੱਲਾਂ ਕਰਨੀਆਂ ਨਹੀਂ ਪੈਣਗੀਆਂ। ਨਹੀਂ, ਇੱਕ ਆਪਾਂ ਜ਼ਰੂਰ ਜ਼ਿਕਰ ਕਰਦੇ, ਇਹ ਹੋ ਸਕਦਾ ਵੀ ਮੈਸੇਜ ਪਹੁੰਚਿਆ ਹੋਵੇ ਨਾ ਪਹੁੰਚਿਆ ਹੋਵੇ ਕਿ ਜੇ ਬੀਜੇਪੀ ਨੇ ਕਿਹਾ ਕਿ ਆਪਾਂ ਤਿਰੰਗਾ ਯਾਤਰਾ ਕੱਢਣੀ ਹੈ ਤੇ ਉਹਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਨਹੀਂ ਕਰਨਾ, ਇਹ ਆਲਰੇਡੀ ਕਹਿ ਹਟੇ ਆ। ਉਹ ਕਹਿੰਦੇ ਵੀ ਅਸੀਂ ਆਪਣੇ ਤੌਰ ਤੇ ਤਿਰੰਗਾ ਲੈ ਕੇ ਜਾਣਾ, ਆਪਣੇ ਤੌਰ ਤੇ ਕਿਸਾਨੀ ਝੰਡਾ ਖੜਨਾ ਤੇ ਤਹਿਸੀਲ ਲੈਵਲ ਤੇ ਜਾ ਕੇ ਅਸੀਂ ਆਪਣੇ ਤੌਰ ਤੇ ਆਜ਼ਾਦੀ ਦਿਵਸ ਵੀ ਮਨਾਉਣਾ ਤੇ ਆਪਾਂ ਆਪਣਾ ਵਿਰੋਧ ਵੀ ਦਰਜ ਕਰਾਉਣਾ। ਸੰਧਾਲੀਆ ਸਾਹਿਬ, ਉਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੈ ਕਿ ਭਾਜਪਾ ਦੀ ਤਿਰੰਗਾ ਯਾਤਰਾ ਦਾ ਸਾਰੇ ਦੇਸ਼ 'ਚ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਬਿਲਕੁਲ ਵਿਰੋਧ ਨਹੀਂ ਕਰਨਾ 15 ਅਗਸਤ ਵਾਲੇ ਦਿਨ। ਤੇ ਤੁਸੀਂ ਆਪੋ ਆਪਣੇ ਵਹੀਕਲ ਤੇ ਆਪਣੇ ਤਹਿਸੀਲ ਤੇ ਬਲਾਕ ਦੇ ਵਿੱਚ 11 ਵਜੇ ਦੁਪਹਿਰ ਤੋਂ 1 ਵਜੇ ਤੱਕ 2 ਘੰਟੇ ਤੁਸੀਂ ਉੱਥੇ ਜਾ ਕੇ ਤਿਰੰਗਾ ਝੰਡਾ ਤੇ ਨਾਲ ਕਿਸਾਨੀ ਦਾ ਝੰਡਾ ਲੈ ਕੇ ਜਾਣਾ ਹੈ ਤੇ ਦੇਸ਼ ਦੇ ਆਜ਼ਾਦੀ ਦਿਹਾੜੇ ਦੇ ਵਿੱਚ ਸ਼ਿਰਕਤ ਜਿਹੜੀ ਕਰਨੀ ਹੈ। ਸੋ ਕਿਸੇ ਵੀ ਤਰ੍ਹਾਂ ਦਾ ਕੋਈ ਡਿਸਪਿਊਟ ਪੈਦਾ ਨਹੀਂ ਹੋਣਾ ਚਾਹੀਦਾ, ਆਰਾਮ ਦੇ ਨਾਲ ਆਜ਼ਾਦੀ ਦਾ ਨਿੱਘ ਮੰਨਣਾ ਚਾਹੀਦਾ। ਉਹਨਾਂ ਸਾਰੇ ਲੋਕਾਂ ਨੂੰ ਫੇਰ ਸਲੂਟ ਜਿਹੜੇ ਦੇਸ਼ ਲਈ ਕੰਮ ਕਰਦੇ ਆ। ਬਿਲਕੁਲ ਸਹੀ। ਚਲਿਏ ਫਿਰ ਹੁਣ, ਬਹੁਤ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।